इसी तरह मैं ते मेरे नाल प्रोफैसर जगीर सिंह कालों असीं हो गए जी हाज़र। साडे वल्लों सारे ही दर्शकों का तह दिलों स्वागत करते हैं ते नाल ही स्वागत करते हैं प्रोफैसर जगीर सिंह दा। प्रोफैसर साहब सत श्री अकाल जी, जी आयां नूं। बहुत मेहरबानी गिल साहब। प्रोफैसर साहब अज गल्लां बातां जिहड़ियां आपां करनियां ने उहदे विच खास करके पहली जिहड़ी खबर वाल मैं तुहाडा इत्थों ध्यान दिवाउणा चाहुंदा वो ये है कि काफ़ी सारिया स्टेटां ने जिहड़ा कंट्रोल काफ़ी इत्थे कीता गया करोना की महामारी नूं लैके। अंटारियो विच भी काफ़ी ज़्यादा जिहड़ा आ वो पॉजिटिव हो रहा सारा कुछ, क्योंकि पिछले दिनी 4000 तो 4800 तक भी पहुँच गई सी एक दिन दे विच पॉजिटिव आउण दी गिनती। हौली 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 वो काफ़ी ज़्यादा कंट्रोल होया और लोग हुणे मंग करन लगे आ कि कुछ ना कुछ चीज़ां ओपन कीतियां जाण, क्योंकि इत्थे सिर्फ इहो ही 4-5 महीने समर दे हुंदे आ ਜਿਹਦੇ ਵਿੱਚ ਇੱਕ ਤਾਂ ਜਿਹੜੇ ਬਿਜ਼ਨਸ ਨੇ ਉਹਨਾਂ ਨੇ ਗਰੋ ਕਰਨਾ ਹੁੰਦਾ, ਦੂਸਰਾ ਲੋਕਾਂ ਨੇ ਕੁਝ ਇੱਕ ਆਪਣੀਆਂ ਵਕੇਸ਼ਨ ਮੰਨਣੀਆਂ ਹੁੰਦੀਆਂ, ਬੱਚਿਆਂ ਨੇ ਛੁੱਟੀਆਂ ਹੁੰਦੀਆਂ, ਬਾਹਰ ਅੰਦਰ ਜਾਣਾ ਹੁੰਦਾ। तो ਲਗਾਤਾਰ ਜਿਹੜੀ ਫੋਰਡ ਸਰਕਾਰ ਉੱਤੇ ਪ੍ਰੈਸ਼ਰ ਪੈ ਰਿਹਾ ਹੈ ਕਿ BC ਤੋਂ ਤੇ ਅਲਬਰਟਾ ਵਗੈਰਾ ਜਿੱਦਾਂ ਸਟੇਟਾਂ ਨੇ ਟਾਈਮ ਬਾਉਂਡ ਦੇਤੀਆਂ ਨੇ ਚੀਜ਼ਾਂ ਵੀ ਇੰਨੀ ਤਰੀਕ ਤੋਂ ਅਸੀਂ ਇਹ ਓਪਨ ਕਰ ਰਹੇ ਹਾਂ, ਔਰ BC ਨੇ ਤੇ ਸਤੰਬਰ ਤੋਂ ਕਹਿਤਾ ਕਿ ਅਸੀਂ ਸਭ ਕੁਝ ਹੀ ਓਪਨ ਕਰ ਰਹੇ ਹਾਂ। ਸੋ ਇੱਥੇ ਵਾਸਤੇ ਵੀ ਇਹ ਲਗਾਤਾਰ ਪ੍ਰੈਸ਼ਰ ਬਣਿਆ ਹੋਇਆ। तो किस तरह का महसूस करते हो कि पिछले साल सवा साल तो लोग अंदर च बंद ने और कई तरह दी प्रॉब्लम जिहड़ियां ने वो आ रही ने? देखो जे अल्बर्टा ते BC जिहड़े आ वो अपने नागरिकां लई बहुत सारियां खुल्लां जिहड़ियां वो दे रहे ने। ते जिवें तुसीं दस्सिआ कि ओंटारियो सूबे दे विच भी ਜਿਹੜਾ ਪੋਜ਼ਿਟਿਵ ਆਉਣ ਦਾ ਰੇਟ ਹੈਗਾ ਉਹ ਕਾਫੀ ਘਟਿਆ ਆ। ਤੇ ਇhtiyਾਤ ਨਾਲ ਜਿਹੜੀਆਂ ਪਾਬੰਦੀਆਂ ਨੇ ਜਾਂ ਜਿਹੜੇ ਇhtiyਾਤ ਨੇ ਕਿ ਮਾਸਕ ਲਾ ਕੇ ਰੱਖਣਾ, ਸੋਸ਼ਲ ਡਿਸਟੈਂਸ ਰੱਖਣਾ, ਸੈਨੀਟਾਈਜ਼ ਕਰਨਾ, ਇਹ ਸਾਰੀਆਂ ਜਿਹੜੀਆਂ ਗੱਲਾਂ ਹੈ ਇਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਬਿਲਕੁਲ ਮੈਂ ਮਹਿਸੂਸ ਕਰਦਾ ਭਈ ਓਂਟਾਰੀਓ ਦੇ ਵਿੱਚ ਵੀ ਇਹ ਖੁੱਲ੍ਹਾਂ ਮਿਲਣੀਆਂ ਚਾਹੀਦੀਆਂ ਨੇ। ਓਂਟਾਰੀਓ ਦੇ ਵਿੱਚ ਵੀ ਕਾਰੋਬਾਰ ਜਿਹੜੇ ਆ ਉਹ ਸ਼ੁਰੂ ਹੋਣੇ ਚਾਹੀਦੇ ਆ। ਇੱਥੇ ਗਰਮੀਆਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਬਿਜ਼ਨਸ ਗਰੋ ਕਰਨ ਦੇ ਜਿਹੜੇ ਮੌਕੇ ਹੁੰਦੇ ਆ, ਔਰ ਨਾਲ ਦੀ ਨਾਲ ਬੱਚੇ ਜਿਹੜੇ ਆ ਉਹਨਾਂ ਨੇ ਲੋਕਾਂ ਨੇ ਵਕੇਸ਼ਨ 'ਤੇ ਵੀ ਜਾਣਾ, ਤੇ ਬੱਚੇ ਜਿਹੜੇ ਆ ਉਹ ਖਾਸ ਕਰਕੇ ਘਰਾਂ ਦੇ ਵਿੱਚ ਲਗਭਗ ਪਿਛਲੇ 1 ਸਾਲ ਤੋਂ ਘਰਾਂ 'ਚ ਬੰਦ ਰਹਿਣ ਕਰਕੇ ਈਵਨ ਬਹੁਤ ਸਾਰੇ ਜਿਹੜੇ ਸਕੂਲ ਨੇ ਉਹ ਵੀ ਘਰੋਂ ਹੀ ਬੱਚੇ ਜਿਹੜੇ ਆ ਉਹ ਕਰਦੇ ਹੈਗੇ ਆ, ਆਨਲਾਈਨ ਕਰਦੇ ਆ। ਤੇ ਇਸ ਤਰ੍ਹਾਂ ਉਹ ਵੀ ਉਕਤਾਏ ਹੋਏ ਆ, ਤੇ ਬੱਚੇ ਕੀ ਸਿਆਣੇ ਵੀ ਉਕਤਾਏ ਹੋਏ ਆ। ਔਰ ਜਿਹੜਾ ਬਿਜ਼ਨਸ ਆ ਉਹ ਜ਼ਰੂਰ ਗਰੋ ਕਰਨਾ ਚਾਹੀਦਾ। ਬਿਜ਼ਨਸ ਗਰੋ ਕਰੇਗਾ ਤਾਂ ਹੀ ਸਾਡੀ ਇਕਨੋਮੀ ਜਿਹੜੀ ਹੈਗੀ ਆ ਉਹ ਅੱਗੇ ਵਧੇਗੀ। ਸੋ ਮੈਂ ਮਹਿਸੂਸ ਕਰਦਾ ਵੀ ਇਹ ਅਲਬਰਟਾ ਤੇ BC ਵਾਂਗ ਸਾਡਾ ਜਿਹੜਾ ਓਂਟਾਰੀਓ ਸੂਬਾ ਆ ਇਹਦੇ ਵਿੱਚ ਵੀ ਉਸੇ ਤਰ੍ਹਾਂ ਦੀਆਂ ਖੁੱਲ੍ਹਾਂ ਜਿਹੜੀਆਂ ਉਹ ਮਿਲਣੀਆਂ ਚਾਹੀਦੀਆਂ ਨੇ ਜੀ। ਦੂਜੀ ਖਬਰ ਜਿਹੜੀ ਤੁਹਾਡੇ ਨਾਲ ਮੈਂ ਅੱਜ ਸਾਂਝੀ ਕਰਨਾ ਚਾਹੁੰਦਾ ਵਾਂ ਉਹ ਭਾਰਤ ਪਾਕ ਸੰਬੰਧਾਂ ਨਾਲ ਆ। ਪ੍ਰੋਫੈਸਰ ਸਾਹਿਬ UNO ਦੇ ਵਿੱਚ ਲਗਾਤਾਰ ਪਾਕਿਸਤਾਨ ਦੀ ਕੋਸ਼ਿਸ਼ ਰਹੀ ਆ ਕਿ ਜਿਹੜਾ ਕਸ਼ਮੀਰ ਦਾ ਇਸ਼ੂ ਆ ਉਹਨੂੰ ਕਿਸੇ ਨਾ ਕਿਸੇ ਬਹਾਨੇ ਹਾਈਲਾਈਟ ਕੀਤਾ ਜਾਵੇ। ਦੂਜੇ ਪਾਸੇ ਭਾਰਤ ਜਦੋਂ ਬਹੁਤ ਚੰਗੀ ਪੋਜੀਸ਼ਨ ਸੀ, ਮੋਦੀ ਹਾਰਾਂ ਦੀ ਆਮਦ ਦੇ ਦਿਨ ਸੀ ਤੇ ਦੁਨੀਆ ਭਰ ਤੋਂ ਇਦਾਂ ਲੱਗ ਰਿਹਾ ਸੀ ਕਿ ਦੁਨੀਆ ਨੇ ਪਾਕਿਸਤਾਨ ਨੂੰ ਛੱਡ ਦਿੱਤਾ ਤੇ ਭਾਰਤ ਨਾਲ ਦੋਸਤੀ ਹਰ ਮੁਲਕ ਕਰਨਾ ਚਾਹੁੰਦਾ, ਘੱਟੋ ਘੱਟ ਇਦਾਂ ਦਾ ਪ੍ਰਭਾਵ ਸਿਰਜਿਆ ਗਿਆ ਸੀਗਾ। ਔਰ UNO ਦੇ ਵਿੱਚ ਵੀ ਕੋਈ ਵੀ ਉਹਨਾਂ ਦੇ ਮਤਲਬ ਪਾਕਿਸਤਾਨ ਵਾਲੇ ਪਾਸਿਓਂ ਅਗਰ ਕੋਈ ਗੱਲ ਆਉਂਦੀ ਸੀ ਤੇ ਉਹ ਖਾਰਜ ਕਰ ਦਿੱਤੀ ਜਾਂਦੀ ਸੀ, ਸਗੋਂ ਉਲਟਾ ਪਾਕਿਸਤਾਨ ਦੇ ਉੱਤੇ ਟੈਰਰਿਜ਼ਮ ਦੇ ਇਲਜ਼ਾਮ ਲਗਾ ਕੇ ਤੇ ਉਹਨਾਂ ਨੂੰ ਲੱਗੇ ਲੰਬੇ ਸਮੇਂ ਤੋਂ ਗ੍ਰੇ ਲਿਸਟ ਵਿੱਚ ਰੱਖਿਆ ਹੋਇਆ, ਜਿਹੜਾ ਹੈ ਵੀ ਠੀਕ। ਔਰ ਕਈ ਵਾਰ ਖਦਸ਼ਾ ਹੁੰਦਾ ਹੈ ਕਿ ਸ਼ਾਇਦ ਉਹਨਾਂ ਨੂੰ ਬਲੈਕ ਲਿਸਟ 'ਚ ਪਾ ਦਿੱਤਾ ਜਾਏਗਾ। ਜਿੱਥੋਂ ਤੱਕ ਅਮਰੀਕਾ ਦਾ ਸੰਬੰਧ ਆ, ਕਿਉਂਕਿ ਅਮਰੀਕਾ ਦੀ ਬੜੀ ਵੱਡੀ ਏਡ ਜਿਹੜੀ ਆ ਉਹ ਪਾਕਿਸਤਾਨ ਨੂੰ ਹਮੇਸ਼ਾ ਮਿਲਦੀ ਆਈ ਆ, ਜਿਹਦੇ ਕਰਕੇ ਉਹ ਆਪਣੇ ਮੁਲਕ ਦੀ ਜਿਹੜੀ ਇਕਨੋਮੀ ਆ ਉਹਨੂੰ ਸੰਭਾਲਦੇ ਰਹੇ ਨੇ। ਦੂਜੇ ਪਾਸੇ ਜਿਹੜਾ ਅਫਗਾਨਿਸਤਾਨ 'ਚ ਅਮਰੀਕਾ ਯੁੱਧ ਦੀ ਸਥਿਤੀ ਵਿੱਚ ਸੀਗਾ ਤੇ ਉਹਦੀ ਮਦਦ ਵੀ ਲਗਾਤਾਰ ਪਾਕਿਸਤਾਨ ਕਰਦਾ ਆਇਆ। ਹੁਣ ਜਦੋਂ ਹਾਲਾਤ ਦੁਨੀਆ ਦੇ ਬਦਲ ਗਏ, ਅਮਰੀਕਾ ਨੇ ਜਿਹੜੇ ਨਵੇਂ ਪ੍ਰੈਜ਼ੀਡੈਂਟ ਬਣੇ ਨੇ ਉਹਨਾਂ ਵੀ ਟਰੰਪ ਦੀ ਤਰ੍ਹਾਂ ਹੀ ਇਹ ਕਹਿ ਦਿੱਤਾ ਆ, ਆਪਾਂ ਕੱਲ੍ਹ ਜਾਂ ਪਰਸੋਂ ਖਬਰ ਸਾਂਝੀ ਕੀਤੀ ਸੀ, ਤੇ ਪਾਕਿਸਤਾਨ ਨਾਲ
ਸਾਡੇ ਜਿਹੜੇ ਇਕਨੋਮੀ ਦੇ ਸਬੰਧ ਆ ਉਸੇ ਤਰ੍ਹਾਂ ਹੀ ਰਹਿਣਗੇ। ਕਿਸੇ ਤਰ੍ਹਾਂ ਦੀ ਕੋਈ ਵੀ ਪੈਂਟਾਗਨ ਵੱਲੋਂ ਕਲੀਅਰ ਕੀਤਾ ਗਿਆ ਸੀ ਕਿ ਕੋਈ ਵੀ ਮਦਦ ਨਹੀਂ ਦਿੱਤੀ ਜਾਊਗੀ, ਕਿਉਂਕਿ ਪਾਕਿਸਤਾਨ ਨੇ ਇੱਕ ਦੋਸਤ ਮੁਲਕ ਦੀ ਤਰ੍ਹਾਂ ਸਾਡੇ ਨਾਲ ਉਸ ਤਰ੍ਹਾਂ ਵਿਹਾਰ ਨਹੀਂ ਕੀਤਾ ਜਿੱਦਾਂ ਉਹਨਾਂ ਕੋਲ ਅਸੀਂ ਉਮੀਦ ਕਰਦੇ ਸੀ। ਜਿਵੇਂ ਡੂ ਮੋਰ ਦਾ ਨਾਰਾ ਅਮਰੀਕਾ ਵੱਲੋਂ ਲਾਇਆ ਜਾਂਦਾ ਸੀਗਾ ਔਰ ਪਾਕਿਸਤਾਨ ਡੂ ਮੋਰ ਕਰਨ 'ਚ ਅਸਫਲ ਰਿਹਾ ਸੀ। ਹੁਣ ਜਿਹੜੀ ਖਬਰ ਆ ਰਹੀ ਆ ਕਿ ਜਿਹੜੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸ਼ਾਹ ਮਹਿਮੂਦ ਕੁਰੈਸ਼ੀ ਹਰੀ, ਉਹਨਾਂ ਨੇ ਫਿਰ UNO ਦੇ ਵਿੱਚ ਜਾ ਕੇ ਜਿਹੜਾ ਕਸ਼ਮੀਰ ਦਾ ਮੁੱਦਾ ਆ ਉਹਦੀ ਗੱਲਬਾਤ ਕੀਤੀ ਆ। ਤੇ ਸੰਯੁਕਤ ਰਾਸ਼ਟਰ ਦੇ ਵਿੱਚ ਜਿਹੜੇ ਉੱਥੋਂ ਦੇ ਹੈਗੇ ਨੇ ਜੀ ਪ੍ਰਧਾਨ, ਉਹਨਾਂ ਦਾ ਨਾਮ ਵੋਲਕਰ ਬੋਜ਼ਕੀਰ ਹੈ, ਉਹਨਾਂ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਉੱਤੇ ਉਹਨਾਂ ਦੀ ਟਿੱਪਣੀ ਕੀਤੀ ਆ ਉਹ ਜਿਹੜਾ ਵਾ ਉਹ ਮਨੁੱਖੀ ਅਧਿਕਾਰਾਂ ਦਾ ਉੱਥੇ ਘਾਣ ਹੋਇਆ ਆ ਔਰ ਇਹ ਗਲਤ ਹੋਇਆ। ਪਰ ਦੂਜੇ ਪਾਸੇ ਭਾਰਤ ਨੇ ਉਸ ਨੂੰ ਖਾਰਜ ਕੀਤਾ ਆ ਕਿ ਇਹ ਸਾਡੇ ਮਾਮਲਿਆਂ 'ਚ ਦਖਲ ਦੇਣ ਵਾਲੀ ਗੱਲ ਆ। ਇਸ ਸੰਸਥਾ ਨੂੰ ਨਿਰਪੱਖ ਰਹਿਣਾ ਚਾਹੀਦਾ। ਜੇਕਰ UNO ਵਰਗੀ ਸੰਸਥਾ ਪੱਖਪਾਤੀ ਰਵੱਈਆ ਅਖਤਿਆਰ ਕਰੇਗੀ ਤਾਂ ਫਿਰ ਉਸ ਸੰਸਥਾ ਵਾਸਤੇ ਮਾੜਾ ਹੋਏਗਾ। ਇਹ ਜਿਹੜਾ ਘਟਨਾਕ੍ਰਮ ਆ ਦੁਨੀਆ ਤੇ, ਇਹਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ? ਇਹਦੇ 'ਚ ਦੇਖੋ ਇਹ ਆ ਕਿ ਜਿਹੜਾ ਕਸ਼ਮੀਰ ਦਾ ਮੁੱਦਾ ਇਹ ਤੁਹਾਨੂੰ ਵੀ ਪਤਾ ਆ ਕਿ 1947 ਤੋਂ ਲੈ ਕੇ ਹੁਣ ਤੱਕ ਇਹ ਦੋਵਾਂ ਦੇਸ਼ਾਂ ਦੇ ਜਿਹੜੇ ਰਿਸ਼ਤੇ ਆ ਉਹਨਾਂ ਦੇ ਵਿੱਚ ਇੱਕ ਕੰਡੇ ਦੀ ਤਰ੍ਹਾਂ, ਇੱਕ ਰਿਸ ਦੇ ਜ਼ਖਮ ਦੀ ਤਰ੍ਹਾਂ ਟਸ ਕਰਦਾ ਆ। ਔਰ ਜਿੱਥੋਂ ਤੱਕ ਅਮਰੀਕਾ ਤੇ ਪਾਕਿਸਤਾਨ ਦੇ ਸਬੰਧਾਂ ਦਾ ਸਵਾਲ ਆ, ਸਾਨੂੰ ਪਤਾ ਆ ਕਿ ਜਦੋਂ ਦੁਨੀਆ ਦੇ ਵਿੱਚ ਦੋ ਕੈਂਪ ਸੀਗੇ, ਸੋਵੀਅਤ ਯੂਨੀਅਨ ਦਾ ਤੇ ਅਮਰੀਕਾ ਦਾ, ਸੋਵੀਅਤ ਯੂਨੀਅਨ ਜਿਹੜਾ ਆ ਉਹਦਾ ਝੁਕਾਅ ਨਵੇਂ ਆਜ਼ਾਦ ਹੋਏ ਮੁਲਕਾਂ ਵੱਲ ਵੀ ਸੀਗਾ ਤੇ ਭਾਰਤ ਨਾਲ ਵੀ ਸੋਵੀਅਤ ਯੂਨੀਅਨ ਦੇ ਸਬੰਧ ਜਿਹੜੇ ਆ ਉਹ ਬੜੇ ਦੋਸਤਾਨਾ ਸੀਗੇ। ਇੱਥੋਂ ਤੱਕ ਕਿ 1971 ਦੇ ਵਿੱਚ ਜਦੋਂ ਬੰਗਲਾਦੇਸ਼ ਹੋਂਦ ਵਿੱਚ ਆ ਰਿਹਾ ਸੀਗਾ, ਉਦੋਂ ਅਮਰੀਕਾ ਨੇ ਧਮਕੀ ਦਿੱਤੀ ਸੀਗੀ। ਧਮਕੀ ਕੀ, ਬਲਕਿ ਉਹਨਾਂ ਨੇ 7th ਫਲੀਟ ਜਿਹੜਾ ਉਹ ਇੱਕ ਤਰੀਕੇ ਨਾਲ ਤੋੜ ਹੀ ਦਿੱਤਾ ਸੀਗਾ ਕਿ ਸਾਡਾ ਜਿਹੜਾ 7th ਫਲੀਟ ਹੈਗਾ ਇਹ ਉੱਥੇ ਜਾਏਗਾ ਔਰ ਇਹ ਬੰਗਲਾਦੇਸ਼ ਦੀ, ਉਸ ਵੇਲੇ ਤਾਂ ਬੰਗਲਾਦੇਸ਼ ਨਹੀਂ ਸੀਗਾ, ਉਦੋਂ ਤਾਂ ਈਸਟ ਪਾਕਿਸਤਾਨ ਸੀਗਾ, ਕਿ ਉਹਨਾਂ ਦੀ ਮਦਦ ਕਰੇਗਾ। ਤੇ ਰੂਸ ਨੇ ਉਸੇ ਵੇਲੇ ਹੀ ਕਹਿਤਾ ਸੀਗਾ ਕਿ ਤੇਰਾ 7th ਫਲੀਟ ਪਹੁੰਚਣ ਤੋਂ ਪਹਿਲਾਂ ਸਾਡਾ ਜਿਹੜਾ ਹੈ ਜਿਹੜੀ ਫੌਜ ਹੈਗੀ ਆ ਉੱਥੇ ਪਹੁੰਚ ਜਾਏਗੀ, ਸਾਡੇ ਜਿਹੜੇ 에ਅਰ ਫੋਰਸ ਹੈਗੀ ਆ ਉਹ ਉਹਨੂੰ ਤਬਾਹ ਕਰੇਗੀ। ਇਸ ਤਰੀਕੇ ਨਾਲ ਅੱਛਾ, ਅਮਰੀਕਾ ਜਿਹੜਾ ਹੈਗਾ ਉਹ ਹਿੰਦੁਸਤਾਨ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਕਹਿੰਦਾ ਤਾਂ ਇਹ ਰਿਹਾ ਕਿ ਮੈਂ ਇਕੁਅਲ ਡਿਸਟੈਂਸ ਰੱਖਦਾ ਹਾਂ, ਮੈਂ ਭਾਰਤ ਦਾ ਵੀ ਦੋਸਤ ਹਾਂ ਤੇ ਪਾਕਿਸਤਾਨ ਦਾ ਵੀ ਦੋਸਤ ਹਾਂ, ਪਰੰਤੂ ਵਿਹਾਰਕ ਤੌਰ ਤੇ ਔਰ ਅੰਦਰੂਨੀ ਤੌਰ ਦੇ ਉੱਤੇ ਅਮਰੀਕਾ ਜਿਹੜਾ ਆ ਉਹ ਪਾਕਿਸਤਾਨ ਦੇ ਨਾਲ ਅਲਾਈ ਕਰਦਾ ਰਿਹਾ, ਪਾਕਿਸਤਾਨ ਦੀ ਮਦਦ ਕਰਦਾ ਰਿਹਾ। ਸੋ ਹੁਣ ਜਿਹੜਾ ਕੁਰੈਸ਼ੀ ਹੋਰਾਂ ਨੇ ਮਸਲਾ ਉਠਾਇਆ, ਇਹ ਮਸਲਾ ਜਦੋਂ ਵੀ ਕਦੀ ਕਿਤੇ ਭਾਰਤ ਪਾਕਿਸਤਾਨ ਦੇ ਸਬੰਧਾਂ ਦੀ ਗੱਲ ਚੱਲਦੀ ਆ ਜਾਂ ਕੋਈ ਇਹਦੇ ਵਿੱਚ ਖਟਾਸ ਲਿਆਉਣੀ ਹੁੰਦੀ ਆ ਜਾਂ ਇਹਦੇ ਵਿੱਚ ਕੁੜੱਤਣ ਲਿਆਉਣੀ ਹੁੰਦੀ ਆ, ਤਾਂ ਪਾਕਿਸਤਾਨ ਦੀ ਸਰਕਾਰ ਜਿਹੜੀ ਆ ਉਹ ਇਹ ਮਸਲਾ ਜਿਹੜਾ UNO ਦੇ ਵਿੱਚ ਪੇਸ਼ ਕਰ ਦਿੰਦੀ ਆ। ਔਰ ਇਹ ਤੁਹਾਨੂੰ ਪਤਾ ਕਿ ਬਹੁਤ ਵਾਰੀ ਭਾਰਤ ਜਿਹੜਾ ਉਹ ਕਹਿ ਚੁੱਕਾ ਆ ਕਿ ਇਹ ਸਾਡਾ ਦੋਵਾਂ ਦੇਸ਼ਾਂ ਦਾ ਮਸਲਾ ਆ, ਇਹਦੇ ਵਿੱਚ ਕਿਸੇ ਵੀ ਬਾਹਰੀ ਸ਼ਕਤੀ ਦੀ ਜਿਹੜੀ ਦਖਲਅੰਦਾਜ਼ੀ ਆ ਉਹ ਅਸੀਂ ਨਹੀਂ ਸਹਿਣ ਕਰਦੇ, ਭਾਵੇਂ ਉਹ UNO ਹੋਵੇ ਤੇ ਭਾਵੇਂ ਕੋਈ ਹੋਰ ਹੋਵੇ। ਸੋ ਇਹ ਇੱਕ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਵਿੱਚ ਕੁੜੱਤਣ ਲਿਆਉਣ ਵਾਲੀ ਗੱਲ ਆ, ਮੈਂ ਸਮਝਦਾ ਬਈ। ਤੇ ਦੂਜੇ ਬੰਨੇ ਇਹ ਵੀ ਆ, ਜਿੱਦਾਂ ਤੁਸੀਂ ਕਿਹਾ ਕਿ ਸ਼ੁਰੂ ਦੇ ਵਿੱਚ ਮੋਦੀ ਸਾਹਿਬ ਜਦੋਂ ਨਵੇਂ ਪ੍ਰਧਾਨ ਮੰਤਰੀ ਬਣੇ ਆ ਤਾਂ ਅੰਤਰਰਾਸ਼ਟਰੀ ਜਿਹੜੀਆਂ ਤਾਕਤਾਂ ਆ ਉਹਨਾਂ ਦਾ ਤੋਲ ਕਾਫੀ ਭਾਰਤ ਦੇ ਹੱਕ ਵਿੱਚ ਸੀਗਾ, ਪਰੰਤੂ ਮੋਦੀ ਸਾਹਿਬ ਨੇ ਨਾ ਤਾਂ ਕੋਈ ਅੰਦਰੂਨੀ ਸਟੇਬਿਲਿਟੀ ਦੀ ਗੱਲ ਜਿਹੜੀ ਆ, ਅੰਦਰੂਨੀ ਤਰੱਕੀ ਦੀ ਗੱਲ ਕੀਤੀ, ਦੇਸ਼ ਦੇ ਅੰਦਰਲੇ ਲੋਕਾਂ ਦੀ ਕੋਈ ਸੇਵਾ ਭਾਵਨਾ ਦੀ ਗੱਲ ਕੀਤੀ, ਤੇ ਨਾ ਹੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਇਸ ਕਿਸਮ ਦੇ ਯਤਨ ਕੀਤੇ ਕਿ ਭਾਰਤ ਦੀ ਜਿਹੜੀ ਸਾਖ ਆ ਉਹ ਵਧੇ ਤੇ ਨਾਲ ਦੀ ਨਾਲ ਜਿਹੜੇ ਭਾਰਤ ਦੇ ਮਸਲੇ ਆ, ਅੰਤਰਰਾਸ਼ਟਰੀ ਮਸਲੇ, ਬਾਰਡਰ ਦੇ ਮਸਲੇ, ਖਾਸ ਕਰਕੇ ਜੰਮੂ ਕਸ਼ਮੀਰ ਦਾ ਮਸਲਾ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਇਹਦੇ ਵਿੱਚ
ਅਡਾਉਣੀ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਵਿੱਚ ਨਾ ਬਣੇ। ਔਰ ਦੂਜੀ ਗੱਲ ਜਿਹਨੂੰ ਮੈਂ ਬਦਕਿਸਮਤੀ ਕਹਾਂਗਾ ਕਿ ਭਾਰਤ ਦੀ ਜਿਹੜੀ ਬੀਜੇਪੀ ਦੀ ਸਰਕਾਰ ਹੈਗੀ ਆ, ਜਿਹੜੀ ਨਰਿੰਦਰ ਮੋਦੀ ਸਾਹਿਬ ਦੀ ਅਗਵਾਈ 'ਚ ਚੱਲਦੀ ਆ, ਉਹਨਾਂ ਦਾ ਜਿਹੜਾ ਰੁਖ ਆ ਉਹ ਮੁਸਲਮਾਨਾਂ ਪ੍ਰਤੀ, ਇਸਲਾਮਿਕ ਲੋਕਾਂ ਪ੍ਰਤੀ ਜਿਹੜਾ ਆ ਉਹ ਬੜਾ ਦੁਜੈਲ ਵਾਲਾ ਆ, ਬਲਕਿ ਸਗੋਂ ਦੁਸ਼ਮਣੀ ਵਾਲਾ ਆ। ਸੋ ਇਹ ਚੀਜ਼ਾਂ ਆ ਜਿਹੜੀਆਂ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਵਿੱਚ ਆਪਣੇ ਕੁੜੱਤਣ ਪੈਦਾ ਕਰਦੀਆਂ। ਜੀ ਕਾਲਾ ਸਾਹਿਬ, ਜਦੋਂ ਮਨਮੋਹਨ ਸਿੰਘ ਜੀ ਭਾਰਤ ਦੇ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ, ਹਾਲਾਂਕਿ ਉਹਨਾਂ ਦੀਆਂ ਪਾਲਿਸੀਆਂ ਨਾਲ ਵੀ ਬਹੁਤ ਸਾਰੇ ਲੋਕ ਸਹਿਮਤ ਨਹੀਂ। ਕੁਝ ਲੋਕਾਂ ਦਾ ਕਹਿਣਾ ਹੈ ਕਿ 92 ਤੋਂ ਜਦੋਂ ਉਹ ਫਾਈਨੈਂਸ ਮਿਨਿਸਟਰ ਬਣ ਕੇ ਭਾਰਤ ਦੇ ਆਏ ਸੀਗੇ, ਆਪਾਂ ਅੱਗੇ ਵੀ ਕਈ ਵਾਰ ਇਸ ਮਸਲੇ ਤੇ ਗੱਲ ਕਰ ਚੁੱਕੇ ਹਾਂ, ਤਾਂ ਉਦਾਰਵਾਦੀ ਨੀਤੀ ਸ਼ੁਰੂ ਕੀਤੀ ਗਈ ਸੀ, ਜਿਹਦੇ ਸਿੱਟੇ ਹੌਲੀ ਹੌਲੀ ਸਾਨੂੰ ਹੁਣ ਭੁਗਤਣ ਨੂੰ ਮਿਲ ਰਹੇ ਆ। ਪਰ ਨਾਲ ਦੀ ਨਾਲ ਜਿਸ ਤਰ੍ਹਾਂ ਮੋਦੀ ਸਾਹਿਬ ਦਾ ਕਾਰ ਵਿਹਾਰ ਹੋਇਆ, ਸਾਰਾ ਕਾਰਪੋਰੇਟ ਨੂੰ ਜਿਸ ਤਰ੍ਹਾਂ ਚੁੱਕਿਆ ਜਿੱਦਾਂ ਦੁਨੀਆ ਭਰ 'ਚ, ਪਰ ਫਿਰ ਵੀ ਮਨਮੋਹਨ ਸਿੰਘ ਦੇ ਵੇਲੇ ਭਾਰਤ ਦੀ ਜਿਹੜੀ ਛਵੀ ਸੀ ਇੰਟਰਨੈਸ਼ਨਲ ਮਾਮਲਿਆਂ ਦੇ ਵਿੱਚ, ਉਹਨੂੰ ਕਾਫੀ ਗੁੱਟ ਨਿਰਲੇਪ ਕੰਟਰੀ ਦੀ ਤਰ੍ਹਾਂ ਵੇਖ, ਜਿਵੇਂ ਆਪਾਂ ਕੈਨੇਡਾ ਨੂੰ ਦੇਖਦੇ ਹਾਂ ਕਿ ਅਮਨ ਪਸੰਦ ਦੇਸ਼ ਹੈ ਤੇ ਕਿਸੇ ਦੇ ਮਾਮਲਿਆਂ 'ਚ ਖਾਮ-ਖਾਹ ਦਖਲ ਨਹੀਂ ਦਿੰਦਾ। ਜਿਵੇਂ ਸਾਡੀ ਪਾਲਿਸੀ ਫਲਸਤੀਨ ਪ੍ਰਤੀ ਰਹੀ, ਇਜ਼ਰਾਈਲ ਦੇ ਵਿਰੁੱਧ ਰਹੀ, ਤੇ ਹੁਣ ਵੀ ਜਦੋਂ ਇਜ਼ਰਾਈਲ ਤੇ ਫਲਸਤੀਨ ਦਾ ਮਸਲਾ ਖੜਾ ਹੋਇਆ ਸੀ, ਤੇ ਜਿਹੜੇ ਵੱਡੇ ਮੁਲਕ ਹੁੰਦੇ ਆ ਜਿਨ੍ਹਾਂ ਨੂੰ ਲੋਕ ਦੂਜੇ ਕੰਟਰੀ ਜਿਹੜੇ ਆ ਉਹਨਾਂ ਵੱਲ ਵੇਖਦੇ ਆ ਕਿ ਇਹੋ ਜਿਹੇ ਮੌਕਿਆਂ ਤੇ ਉਹ ਕੀ ਇੰਟਰਵੈਨ ਕਰਦੇ ਆ, ਕਿਹੋ ਜਿਹੀ ਸਹਾਇਤਾ ਕਰਦੇ ਆ, ਜਾਂ ਘੱਟੋ ਘੱਟ ਉਹਨਾਂ ਦੀ ਲੀਡਰਸ਼ਿਪ ਦਾ ਸਟੈਂਡ ਕੀ ਆ। ਉੱਥੇ ਸਾਡੇ ਭਾਰਤ ਵਾਲੇ ਪਾਸਿਓਂ ਇਸ ਵਾਰ ਕੋਈ ਵੀ ਗੱਲ ਨਹੀਂ ਹੋਈ, ਸਗੋਂ ਉਲਟਾ ਇਹ ਪ੍ਰਭਾਵ ਗਿਆ ਕਿ ਇਜ਼ਰਾਈਲ ਦੀ ਕਿਸੇ ਨਾ ਕਿਸੇ ਤਰੀਕੇ ਜਿਹੜਾ ਭਾਰਤ ਆ ਸਪੋਰਟ ਕਰਦਾ ਆ, ਖੁੱਲ੍ਹੇ ਤੌਰ ਤੇ ਨਹੀਂ ਤਾਂ ਉਹ ਉਂਝ ਦਬਵੇਂ ਸੁਰ 'ਚੋਂ ਸਪੋਰਟ ਕਰਦਾ, ਤੇ ਕਈ ਚੀਜ਼ਾਂ 'ਚ ਉਹਨਾਂ ਨਾਲ ਸਮਝੌਤੇ ਵੀ ਹੋਏ ਆ। ਪਰ ਇਹਦੇ ਉਲਟ ਪਾਕਿਸਤਾਨ ਨੇ ਆਪਣਾ ਵਕਾਰ ਕਾਫੀ ਬਹਾਲ ਕੀਤਾ, ਫਲਸਤੀਨ 'ਚ ਕਾਫੀ ਉਹਨਾਂ ਹੈਲਪ ਕੀਤੀ, ਔਰ ਫਲਸਤੀਨ ਦੀ ਲੀਡਰਸ਼ਿਪ ਵੱਲੋਂ, ਹਮਾਸ ਵੱਲੋਂ, ਉਹ ਗਾਜ਼ਾ ਪੱਟੀ ਵਾਲਿਆਂ ਵੱਲੋਂ ਕਾਫੀ ਜ਼ਿਆਦਾ ਜਿਹੜੀ ਆ ਉਹ ਪਾਕਿਸਤਾਨ ਨੂੰ ਐਪਰੀਸ਼ੀਏਟ ਕੀਤਾ ਗਿਆ। ਔਰ ਦੂਜੇ ਪਾਸੇ ਜਦੋਂ ਪਾਕਿਸਤਾਨ ਦੇ ਵਿੱਚ ਆਏ ਸੀਗੇ ਇਮਰਾਨ ਖਾਨ ਹਰੀ, ਤੇ ਉਦੋਂ ਬਹੁਤ ਹੀ ਤਰਸਯੋਗ ਇਕਨੋਮੀ ਦੀ ਹਾਲਤ ਸੀਗੀ, ਉੱਥੇ ਵੀ ਇਹੋ ਕੁਝ ਹੀ ਆ, ਭਾਰਤ ਵਰਗਾ ਹੀ ਹਾਲ। ਪਰ ਉਹਨਾਂ ਨੇ ਕਾਫੀ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ। ਇਸ ਵੇਲੇ ਜਿਹੜੀ ਪਹਿਲੇ ਕੁਆਟਰ ਦੀ ਰਿਪੋਰਟ ਆਈ ਸੀ GDP ਦੀ, ਉਹ ਭਾਰਤ ਦੀ ਮਸਾਂ ਹੀ 1.3% ਸੀਗੀ ਗਰੋਥ, ਔਰ ਉਸ ਤੋਂ ਪਹਿਲਾਂ ਤੇ ਮਾਈਨਸ ਵਾਲੇ ਪਾਸੇ ਵੀ ਚਲ ਗਏ ਸੀ ਅਸੀਂ। ਔਰ ਇਸ ਵੇਲੇ ਪਾਕਿਸਤਾਨ ਦੀ ਜਿਹੜੀ GDP ਆ ਉਹ 4% ਤੋਂ ਪਲੱਸ ਚੱਲ ਰਹੀ ਆ। ਸਾਡੇ ਗੁਆਂਢੀ ਮੁਲਕ ਬੰਗਲਾਦੇਸ਼, ਲੰਕਾ, ਨਿੱਕੇ ਨਿੱਕੇ ਮੁਲਕ ਜਿਹੜੇ ਆ, ਸਭ ਦੀਆਂ ਆਪਣੀਆਂ ਆਪਣੀਆਂ ਸਮੱਸਿਆਵਾਂ ਨੇ, ਗਰੀਬੀ ਆ, ਪਰ ਉਹ ਕਿਤੇ ਨਾ ਕਿਤੇ ਸਾਡੇ ਤੋਂ ਚੰਗੀ ਪੋਜੀਸ਼ਨ 'ਚ ਨੇ। ਕਈ ਵਾਰ ਤਾਂ ਇਦਾਂ ਹੋ ਜਾਂਦਾ ਆ ਕਿ ਬੰਗਲਾਦੇਸ਼ ਦਾ ਜਿਹੜਾ ਟਕਾ ਆ ਉਹ ਭਾਰਤ ਦੇ ਰੁਪਈਏ ਤੋਂ ਵੱਧ ਚੰਗਾ ਉਹਦੀ ਕੀਮਤ ਹੁੰਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ। ਸੋ ਇਹ ਸਾਰੇ ਮਾਮਲੇ ਜਿਹੜੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਐਂ ਲੱਗਦਾ ਹੈ ਕਿ ਇਮਰਾਨ ਖਾਨ ਨੇ ਆਪਣੀ ਪੋਜੀਸ਼ਨ ਮਜ਼ਬੂਤ ਕੀਤੀ ਆ ਇੰਟਰਨੈਸ਼ਨਲ ਮਸਲਿਆਂ ਦੇ ਵਿੱਚ। ਜਿਹੜੀ ਪਹਿਲੀ ਗੱਲ ਤੁਸੀਂ ਗਿੱਲ ਸਾਹਿਬ ਕੀਤੀ ਆ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸੀਗੇ, ਤਾਂ ਉਦੋਂ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਵਕਾਰ ਜਿਹੜਾ ਹੈਗਾ ਉਹ ਹੁਣ ਨਾਲੋਂ ਉੱਚਾ ਸੀਗਾ, ਉੱਪਰ ਸੀਗਾ। ਜੀ ਬਿਲਕੁਲ। ਉਹਦਾ ਜੋ ਮੈਂ ਸਮਝਣਾ ਕਾਰਨ ਇਹ ਆ ਬਈ, ਇੱਕ ਤਾਂ ਡਾਕਟਰ ਮਨਮੋਹਨ ਸਿੰਘ ਮੋਦੀ ਸਾਹਿਬ ਦੇ ਮੁਕਾਬਲੇ ਦੇ ਉੱਤੇ ਇੱਕ ਅੰਤਰਰਾਸ਼ਟਰੀ ਅਰਥਸ਼ਾਸਤਰੀ ਦੇ ਤੌਰ ਦੇ ਉੱਤੇ, ਇਕਨੋਮਿਸਟ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਸੀਗੇ। ਉਹਨਾਂ ਨੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿੱਚ ਵਕਾਰੀ ਅਹੁਦਿਆਂ ਤੇ ਕੰਮ ਵੀ ਕੀਤਾ ਸੀਗਾ। ਤੇ ਦੂਜਾ ਇਹ ਆ ਕਿ ਉਹ ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਾਈਮ ਮਿਨਿਸਟਰ ਸੀਗੇ, ਤੇ ਉਹਨਾਂ ਦੀ ਜਿਹੜੀ ਦੱਖ ਹੈਗੀ ਆ, ਜਿਹੜਾ ਉਹਨਾਂ ਦਾ ਇਮੇਜ ਸੀਗਾ ਉਹ ਸੈਕੂਲਰ ਸੀਗਾ। ਸੋ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਗੁੱਟ ਨਿਰਲੇਪਤਾ ਵਾਲੀ ਗੱਲ, ਉਹ ਜੇ ਸੈਕੂਲਰ ਸਟੈਂਡ ਲਿਆ ਜਾਵੇ ਤਾਂ ਹੀ ਗੁੱਟ ਨਿਰਲੇਪਤਾ ਦੇ ਵਿੱਚ ਸ਼ਾਮਲ ਹੋ ਸਕਦੇ ਆ। ਔਰ ਭਾਰਤ ਜਿਹੜਾ ਹੈਗਾ ਉਹ ਗੁੱਟ ਨਿਰਲੇਪ ਜਿਹੜੀ ਮੂਵਮੈਂਟ ਸੀਗੀ ਉਹਦੇ ਵਿੱਚ ਉਹਦਾ ਬੜਾ ਵੱਡਾ ਥਾਂ ਰਿਹਾ। ਔਰ ਇੱਕ ਵੇਲੇ ਤੁਹਾਨੂੰ ਪਤਾ ਹੋਣਾ ਕਿ ਭਾਰਤ ਦੀ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਇਹਦੇ ਚੇਅਰਪਰਸਨ ਵੀ ਬਣੇ ਸੀਗੇ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈਗੀ ਆ ਫਲਸਤੀਨ ਦੇ ਤੇ ਇਜ਼ਰਾਈਲ ਦੇ ਮਸਲੇ ਦੀ, ਉਹਦੇ ਵਿੱਚ ਇਹ ਸਪਸ਼ਟ ਹੋ ਜਾਂਦਾ ਆ ਵੀ ਭਾਰਤ ਜਿਹੜਾ ਆ ਉਹ ਇਜ਼ਰਾਈਲ ਵਾਲੇ ਪਾਸੇ ਖੜਾ ਆ।
ਉਹਦਾ ਕਾਰਨ ਦੇਖੋ, ਇਹ ਸਾਰੀ ਦੁਨੀਆ ਨੂੰ ਇਹ ਪਤਾ ਆ ਕਿ 1947 ਦੇ ਵਿੱਚ ਇਹ ਫਲਸਤੀਨ ਦੀ ਜਿਹੜੀ ਧਰਤੀ ਆ ਉਹਦੇ ਉੱਤੇ ਕਬਜ਼ਾ ਕਰਕੇ ਤੇ ਇਜ਼ਰਾਈਲ ਵਸਾਇਆ ਗਿਆ ਸੀਗਾ। ਦੁਨੀਆ ਭਰ ਦੇ ਜਿਊਜ਼ ਜਿਹੜੇ ਆ ਉਹ ਉੱਥੇ ਵਸਾਏ ਗਏ, ਔਰ ਹੁਣ ਵੀ ਵੱਡੇ ਮੁਲਕ ਖਾਸ ਕਰਕੇ ਅਮਰੀਕਾ ਜਿਹੜਾ ਆ ਉਹ ਉਹਨਾਂ ਦੀ ਮਦਦ ਤੇ ਰਹਿੰਦਾ ਆ, ਤੇ ਉੱਥੇ ਜਿਹੜੇ ਮਹੱਤਵਪੂਰਨ ਦਫ਼ਤਰ ਆ ਉਹ ਵੀ ਖੋਲ੍ਹਦਾ ਆ। ਤੇ ਭਾਰਤ ਸਰਕਾਰ ਇਸ ਵੇਲੇ ਕਿਉਂਕਿ ਬੀਜੇਪੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਆ, ਤੇ ਮੈਂ ਜਿਵੇਂ ਪਹਿਲਾਂ ਕਿਹਾ ਭਈ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਕਿਉਂਕਿ ਐਂਟੀ ਮੁਸਲਿਮ ਨੇ, ਇਸ ਕਰਕੇ ਉੱਥੇ ਇਹ ਨਹੀਂ ਦੇਖਦੇ ਕਿ ਇਨਸਾਫ ਦਾ ਤਕਾਜ਼ਾ ਕੀ ਆ। ਇਨਸਾਫ ਦਾ ਤਕਾਜ਼ਾ ਇਹ ਆ ਕਿ ਫਲਸਤੀਨ ਦੀ ਜਿਹੜੀ ਧਰਤੀ ਆ ਉਹ ਜ਼ਬਰਦਸਤੀ ਮੱਲੀ ਆ ਇਜ਼ਰਾਈਲ ਨੇ, ਤੇ ਇਸ ਕਰਕੇ ਜਿਹੜੇ ਫਲਸਤੀਨੀ ਲੋਕ ਆ ਉਹ ਅਗਰੀਵਡ ਪਾਰਟੀ ਆ, ਉਹ ਮਜ਼ਲੂਮ ਧਿਰ ਨੇ, ਤੇ ਇਨਸਾਫ ਪਸੰਦ ਲੋਕਾਂ ਨੂੰ ਮਜ਼ਲੂਮ ਧਿਰਾਂ ਦਾ ਜਿਹੜੀ ਹਮਾਇਤ ਆ ਉਹ ਕਰਨੀ ਚਾਹੀਦੀ ਆ। ਸੋ ਭਾਰਤ ਜਿਹੜਾ ਆ ਉਹ ਮੈਨੂੰ ਲੱਗਦਾ ਬਈ ਉਹ ਇੱਕ ਮੁਸਲਿਮ ਕੰਟਰੀ ਹੋਣ ਕਰਕੇ ਉਹਨਾਂ ਦੀ ਹਮਾਇਤ ਨਹੀਂ ਕਰਦਾ। ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਣੇ ਯਾਸਰ ਅਰਫਾਤ ਸੀਗੇ ਫਲਸਤੀਨ ਦੇ ਪ੍ਰਧਾਨ, ਤਾਂ ਉਸ ਵੇਲੇ ਉਹ ਜਦੋਂ ਇੰਡੀਆ ਜਾਂਦੇ ਸੀਗੇ ਤੇ ਇੰਡੀਆ ਦੇ ਬੜੇ ਚੰਗੇ ਸੰਬੰਧ ਸੀਗੇ। ਅੱਜ ਵੀ ਭਾਰਤ ਸਰਕਾਰ ਜਿਹੜੀ ਆ ਉਹ ਬੇਸ਼ੱਕ ਇਜ਼ਰਾਈਲ ਵਾਲੇ ਪਾਸੇ ਝੁਕੀ ਹੋਵੇ, ਪਰੰਤੂ ਜਿਹੜੇ ਭਾਰਤ ਦੇ ਡੈਮੋਕ੍ਰੈਟਿਕ ਤੇ ਇਨਸਾਫ ਪਸੰਦ ਲੋਕ ਨੇ ਉਹ ਅੱਜ ਵੀ ਫਲਸਤੀਨ ਦੀ ਮਦਦ ਕਰਦੇ ਆ। ਪਾਕਿਸਤਾਨ ਵੀ ਸ਼ਾਇਦ ਇਸ ਕਰਕੇ ਵੀ ਫਲਸਤੀਨ ਦੇ ਪਿੱਛੇ ਖੜਾ ਹੋਵੇ ਬਈ ਉਹ ਮੁਸਲਿਮ ਕੰਟਰੀ ਆ, ਪਰੰਤੂ ਫਿਰ ਵੀ ਉਹਨਾਂ ਦੀ ਜਸਟੀਫਿਕੇਸ਼ਨ ਆ ਕਿ ਉਹ ਇੱਕ ਮਜ਼ਲੂਮ ਧਿਰ ਵਾਲੇ ਪਾਸੇ ਖੜੇ ਆ ਤੇ ਅਸੀਂ ਜ਼ਾਲਮ ਧਿਰ ਵਾਲੇ ਪਾਸੇ ਖੜੇ ਆ। ਇਸ ਕਰਕੇ ਇਹ ਮੰਦਭਾਗੀ ਗੱਲ ਹੈਗੀ ਆ ਕਿ ਭਾਰਤ ਸਰਕਾਰ ਜਿਹੜੀ ਆ ਉਹ ਆਪਣੇ ਵਕਾਰ ਤੋਂ, ਆਪਣੇ ਸਟੈਂਡ ਤੋਂ ਪਿੱਛੇ ਗਈ ਆ ਜੀ। ਪ੍ਰੋਫੈਸਰ ਸਾਹਿਬ, ਇੱਕ ਖਬਰ ਆ ਰਹੀ ਆ, ਭਾਰਤ ਦਾ ਇੱਕ ਬਹੁਤ ਹੀ ਸੁੰਦਰ ਦੀਪ ਸਮੂਹ ਆ ਜਿਹਨੂੰ ਲਕਸ਼ਦੀਪ ਕਹਿੰਦੇ ਆ। ਵੈਸੇ ਉਹਦੇ ਵਿੱਚ ਨਿੱਕੇ 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 ਕਾਫੀ ਸਾਰੇ ਟਾਪੂ ਨੇ, ਤੇ ਕਿਹਾ ਜਾਂਦਾ ਕਿ ਸਾਰਾ 35 ਸਕੁਅਰ ਕਿਲੋਮੀਟਰ, ਟੋਟਲ 35 ਸਕੁਅਰ ਕਿਲੋਮੀਟਰ, ਯਾਨੀ ਕਿ ਇੱਕ ਛੋਟੇ ਸ਼ਹਿਰ ਜਿੰਨਾ ਏਰੀਆ ਆ ਉਹ। ਔਰ ਕਿਸੇ ਜ਼ਮਾਨੇ 'ਚ ਕਿਹਾ ਜਾਂਦਾ ਸੀਗਾ, ਉਹ ਕਹਿੰਦੇ ਜਹਾਂਗੀਰ ਨੇ ਵੀ ਲਿਖਿਆ ਸੀ ਸ਼ਾਇਦ ਆਪਣੀ ਜੀਵਨੀ ਵਿੱਚ ਕਸ਼ਮੀਰ ਬਾਰੇ ਕਿ ਜੇ ਕਿਤੇ ਸਵਰਗ ਹੈ ਤਾਂ ਇੱਥੇ ਹੈ, ਇੱਥੇ ਹੈ, ਇੱਥੇ ਹੈ। ਕਸ਼ਮੀਰ ਨੂੰ ਭਾਰਤ ਦਾ ਸਵਰਗ ਕਿਹਾ ਜਾਂਦਾ ਸੀਗਾ, ਪਰ ਹਾਲਾਤ ਬਦਲੇ, ਉੱਥੇ ਅੱਤਵਾਦ ਦਾ ਦੌਰ ਆਇਆ, ਆਪਾਂ ਬੜੇ ਉਤਰਾਅ ਚੜਾਅ ਵੇਖੇ ਜਦੋਂ ਤੋਂ ਆਪਾਂ ਉਹ ਸੰਭਾਲੀ ਆ, ਤੇ ਕਸ਼ਮੀਰ ਸਹਿਜੇ ਚਾਹੇ ਕੁਦਰਤੀ ਖੂਬਸੂਰਤੀ ਉੱਥੇ ਜਿੰਨੀ ਵੀ ਹੋਵੇ, ਉੱਥੇ ਜਿਹੜੀ ਟੈਰਰਿਜ਼ਮ ਦੀ ਬਦਸੂਰਤੀ ਸੀ ਤੇ ਫੌਜੀ ਬੂਟਾਂ ਥੱਲੇ ਆਉਣ ਕਰਕੇ ਉਹ ਉਸ ਖੂਬਸੂਰਤੀ ਗਵਾ ਬੈਠਾ। ਤੇ ਹੁਣ ਕਿਹਾ ਜਾਂਦਾ ਹੈ ਕਿ ਜੇ ਸਭ ਤੋਂ ਕੋਈ ਸੁੰਦਰ ਜਗ੍ਹਾ ਹੈ ਤਾਂ ਸਾਡੇ ਉਹ ਟਾਪੂ ਨੇ ਨਿੱਕੇ ਨਿੱਕੇ। ਪਰ ਜਿਸ ਤਰੀਕੇ ਨਾਲ ਆਪਾਂ ਹੁਣ ਮੋਦੀ ਸਰਕਾਰ ਦੀਆਂ ਗੱਲਾਂ ਕਰਦੇ ਹਾਂ, ਉਹਨਾਂ ਦੀਪ ਸਮੂਹ ਦੇ ਉੱਤੇ ਕੋਈ ਨਾ ਕੋਈ ਵਧੀਆ ਇੰਡੀਆ ਦਾ IAS ਅਫਸਰ ਐਡਮਿਨਿਸਟ੍ਰੇਟਰ ਲੱਗਦਾ ਸੀਗਾ, ਇੱਕ MP ਆ ਸਿਰਫ ਉਹਨਾਂ ਦਾ। ਪਰ ਜਦੋਂ ਦੀ ਇਹ ਮੋਦੀ ਸਰਕਾਰ ਆਈ ਆ, ਉਹਨਾਂ ਨੇ ਜਿਹੜਾ ਕਿਸੇ ਸਮੇਂ ਗੁਜਰਾਤ ਦਾ ਗ੍ਰਹਿ ਮੰਤਰੀ ਹੋਇਆ ਕਰਦਾ ਸੀਗਾ, ਉਹਨਾਂ ਦਾ ਨਾਮ ਹੈ ਜੀ ਪ੍ਰਫੁੱਲ ਖੋਦਾ ਪਟੇਲ, ਉਹਨਾਂ ਨੂੰ ਉੱਥੋਂ ਦਾ ਐਡਮਿਨਿਸਟ੍ਰੇਟਰ ਲਾਤਾ। ਸਗੋਂ ਨਾਲ ਮੇਰੇ ਖਿਆਲ ਅੰਡੇਮਾਨ ਨਿਕੋਬਾਰ ਵੀ ਦੂਜਾ ਵੀ ਜੋੜ ਕੇ ਵਿੱਚੇ ਹੀ, ਤੇ ਉਹਨਾਂ ਨੂੰ ਸਾਰਾ ਇਲਾਕੇ ਦਾ ਐਡਮਿਨਿਸਟ੍ਰੇਟਰ ਲਾਤਾ। ਜਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਸਰਕਾਰ ਕਿਸਮ ਦੀ ਚਲਾਈ ਆ, ਉੱਥੋਂ ਦੇ ਲੋਕਲ ਲੋਕ ਉੱਥੋਂ ਬਹੁਤ ਦੁਖੀ ਨੇ, ਔਰ ਉੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਉਜਾੜਿਆ ਗਿਆ। ਤੇ ਉੱਥੇ ਵੀ ਬੜੀ ਵੱਡੀ ਬੇਚੈਨੀ, ਬੜੀਆਂ ਖਬਰਾਂ ਨੇ ਉੱਥੋਂ ਦੀਆਂ ਆ ਰਹੀਆਂ ਲਗਾਤਾਰ ਜੀ ਕਿ ਕੁਝ ਇੱਕ ਤਾਂ ਜਿਹੜੇ IAS ਅਫਸਰ ਸੀ ਉੱਥੋਂ ਅਸਤੀਫੇ ਦੇ ਕੇ ਚਲ ਗਏ ਕਿ ਇਸ ਵਿਅਕਤੀ ਨਾਲ ਅਸੀਂ ਕੰਮ ਨਹੀਂ ਕਰ ਸਕਦੇ। ਸੋ ਗੁਜਰਾਤ ਚੋਂ ਕੱਢ ਕੇ ਆਪਣੇ ਜਿਹੜੇ ਉਹਨਾਂ ਦੇ ਲੋਕ ਨੇ, ਮੋਦੀ ਸਾਹਿਬ ਦੇ ਸਪੋਰਟਰ ਜਾਂ ਉਹਨਾਂ ਦੇ ਭਗਤ ਜਾਂ ਉਹਨਾਂ ਦੀ ਪਾਲਿਸੀ ਨੂੰ ਮੰਨਣ ਵਾਲੇ, ਉਹਨਾਂ ਨੂੰ ਹਰ ਹਿੰਦੁਸਤਾਨ ਭਰ 'ਚ ਫੈਲਾਇਆ, ਚਾਹੇ ਉਹ ਇਲੈਕਸ਼ਨ ਕਮਿਸ਼ਨ ਹੋਵੇ, ਚਾਹੇ ਉਹ ਆਪਣਾ ਰਿਜ਼ਰਵ ਬੈਂਕ ਆਫ ਇੰਡੀਆ ਹੋਵੇ, ਮਤਲਬ ਜਗ੍ਹਾ ਜਗ੍ਹਾ ਉਹਨਾਂ ਨੇ ਇਸ ਤਰ੍ਹਾਂ ਦੇ ਤਜਰਬੇ ਕੀਤੇ ਆ। ਪਰ ਜਿਹੜੀ ਹੁਣ ਲਕਸ਼ਦੀਪ ਤੋਂ ਖਬਰ ਆ ਰਹੀ, ਕਿਉਂਕਿ ਬਹੁਤ ਛੋਟੀ ਜਗ੍ਹਾ ਆ, ਉਹਦੇ ਵੱਲ ਧਿਆਨ ਨਹੀਂ ਜਾਂਦਾ ਔਰ ਖਬਰ ਨੂੰ ਇਗਨੋਰ ਕਰ ਦਿੱਤਾ ਜਾਂਦਾ, ਪਰ ਉਹ ਖਬਰ ਭਾਰਤ ਲਈ ਬੜੀ ਅਹਿਮ ਆ ਕਿ ਉੱਥੇ ਵੀ ਲੋਕਾਂ ਦੇ ਵਿੱਚ, ਥੋੜੇ ਜਿਹੇ ਏਰੀਏ ਵਿੱਚ ਵੀ ਲੋਕ ਬਹੁਤ ਬੇਚੈਨ ਨੇ। ਤੁਸੀਂ ਜਿਹੜੀ ਕਸ਼ਮੀਰ ਦੀ ਖੂਬਸੂਰਤੀ ਦੀ ਗੱਲ ਕੀਤੀ ਹੈ ਨਾ, ਹਾਂਜੀ, ਉਹ ਕਵੀ ਫਿਰਦੌਸੀ ਦਾ ਸ਼ੇਰ ਆ ਜੀ। ਫਾਰਸੀ ਦੇ ਵਿੱਚ ਉਹਨੇ ਕਿਹਾ ਹੈਗਾ,
गर फिरदौस बर रुए जमी अस्त हमी अस्तो हमी अस्तो हमी अस्त। ਹੂੰ। ਕਿ ਜੇ ਧਰਤੀ ਤੇ ਕਿਤੇ ਸਵਰਗ ਹੈ ਹਾਂ ਹਾਂ। ਤਾਂ ਉਹ ਕਸ਼ਮੀਰ ਨੂੰ ਉਹਨੇ ਕਿਹਾ ਨਾ, ਤਾਂ ਇਹੋ ਹੈ ਇਹੋ ਹੈ ਇਹੋ ਹੈ। ਅੱਛਾ, ਮੈਂ ਸੋ ਜਹਾਂਗੀਰ ਰਾਓ ਨੂੰ ਗਲਤ ਕੋਟ ਕਰ ਰਿਹਾ ਸੀਗਾ, ਇਹ ਫਿਰਦੌਸੀ ਹਾਂਜੀ ਰਾਣੀਆਂ। ਹਾਂਜੀ, ਅੱਛਾ ਕਵੀ ਫਿਰਦੌਸੀ ਨੇ ਕਿਹਾ ਹੈਗਾ। ਅੱਛਾ ਜੀ, ਅੱਛਾ ਜੀ। ਮੈਂ ਮੁੜ ਕੇ ਬੋਲ ਦੇਣਾ, ਹਾਂ ਗਰ ਫਿਰਦੌਸ ਬਰ ਰੂਏ ਜ਼ਮੀ ਅਸਤ ਹਮੀ ਅਸਤੋ ਹਮੀ ਅਸਤੋ ਹਮੀ ਅਸਤ। ਸੋ ਇਹ ਇੱਕ ਬਹੁਤ ਖੂਬਸੂਰਤ ਧਰਤੀ ਦੇ ਉੱਤੇ ਸਵਰਗ ਸੀਗਾ, ਜਿਹਨੂੰ ਬਹੁਤ ਸਾਰੇ ਕਾਰਨਾਂ ਕਰਕੇ ਹੁਣ ਨਰਕ ਬਣਾ ਦਿੱਤਾ ਗਿਆ। ਤੇ ਜਿਹੜਾ ਲਕਸ਼ਦੀਪ ਦੀ ਤੁਸੀਂ ਗੱਲ ਕੀਤੀ ਆ, ਵਾਕਿਆ ਹੀ ਇਹ ਬਹੁਤ ਸੁੰਦਰ ਜਗ੍ਹਾ ਹੈਗੀ ਆ। ਔਰ ਇਹਨੂੰ ਤੁਸੀਂ ਜਿਵੇਂ ਕਹਿ ਰਹੇ ਸੀਗੇ ਕਿ ਉੱਥੇ ਇੱਕ ਪ੍ਰਫੁੱਲ ਖੋਦਾ ਪਟੇਲ ਨੂੰ ਲਾਤਾ ਹੈਗਾ, ਤੇ ਬਾਕੀ ਥਾਵਾਂ ਦੇ ਉੱਤੇ ਵੀ ਇੱਕ ਗੁਜਰਾਤ ਦੇ ਹੀ ਜਿਹੜੇ ਬੰਦੇ ਆ ਉਹ ਭਰੇ ਜਾ ਰਹੇ ਆ, ਜਦੋਂ ਕਿ ਗੁਜਰਾਤੀਆਂ ਦਾ ਵਕਾਰ ਇਹ ਆ ਕਿ ਉੱਥੋਂ ਉਹ ਬੰਦੇ ਪੈਦਾ ਹੋਏ ਆ ਜਿਨ੍ਹਾਂ ਨੇ ਵੱਡੇ ਘਪਲੇ ਕੀਤੇ ਆ। ਹੁਣੇ ਹੀ ਜਿਹੜਾ ਨੀਰਵ ਮੋਦੀ ਦੇ ਸਬੰਧ ਦੇ ਵਿੱਚ ਆਇਆ, ਉਹ ਜਿਹੜਾ ਸੋਸ਼ਲ ਮੀਡੀਆ ਉਹਦੇ ਤੇ ਵੀ ਵਾਇਰਲ ਹੋ ਰਿਹਾ, ਤੁਸੀਂ ਵੀ ਦੇਖਿਆ ਹੋਣਾ। ਜੀ ਬਿਲਕੁਲ, ਉਹਨਾਂ ਨੇ ਉੱਥੋਂ ਦੀ ਅਦਾਲਤ ਵਿੱਚ ਬਿਆਨ ਦਿੱਤਾ ਜੀ, ਉਹਨਾਂ ਨੇ ਜਿਹੜਾ ਕਿਹਾ ਜਾ ਰਿਹਾ ਹੈ ਜੀ। ਹਾਂਜੀ, ਉਹਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਆ ਵੀ 35,000 ਕਰੋੜ ਜਿਹੜਾ ਨਾ ਉਹਨਾਂ ਦਾ, ਉਹਦੇ ਵਿੱਚ ਮੈਂ ਤਾਂ ਨਹੀਂ ਜੀ ਕੱਲਾ ਜ਼ਿੰਮੇਵਾਰ, ਮੈਂ ਤਾਂ ਨਹੀਂ ਕੱਲਾ ਹਿੱਸੇਦਾਰ। ਅਸਲ ਦੇ ਵਿੱਚ ਮੈਂ ਭੱਜਿਆ ਨੀਗਾ ਜੀ, ਮੈਨੂੰ ਬੀਜੇਪੀ ਗਵਰਨਮੈਂਟ ਨੇ ਉੱਥੋਂ ਭਜਾਇਆ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇੰਨਾ ਹਿੱਸਾ ਜਿਹੜਾ ਹੈਗਾ 32% ਸ਼ਾਇਦ ਉਹ ਕਹਿੰਦਾ ਹੈਗਾ, ਜਾਂ 32% ਕਹਿੰਦਾ ਮੇਰਾ ਆ, ਬਾਕੀ ਇਹਨਾਂ ਦਾ ਆ। ਮਤਲਬ ਕਿ ਗੁਜਰਾਤ ਦੇ ਵਿੱਚੋਂ ਆਏ ਹੋਏ ਜਿਹੜੇ ਲੋਕ ਨੇ, ਜਿਹੜੇ ਵੱਡੇ ਵੱਡੇ ਜਿਹੜੇ ਅਹੁਦਿਆਂ ਦੇ ਉੱਤੇ ਮੋਦੀ ਸਾਹਿਬ ਨੇ ਬਿਠਾਏ ਆ, ਉਹਨਾਂ ਨੇ ਜਿਹੜੇ ਚੰਨ ਚਾੜੇ ਆ ਉਹ ਲੋਕਾਂ ਦੇ ਸਾਹਮਣੇ ਆ। ਔਰ ਇਹ ਵੀ ਦੇਖੋ, ਹੁਣ ਜੇ IAS ਅਫਸਰ ਵੀ ਲਕਸ਼ਦੀਪ ਦੇ ਵਿੱਚੋਂ ਅਸਤੀਫਾ ਦੇ ਗਏ ਨੇ, ਔਰ ਉੱਥੋਂ ਦੇ ਲੋਕ ਜਿਹੜੇ ਨੇ ਉਹ ਵੀ ਵਿਰੋਧ ਕਰ ਰਹੇ ਨੇ, ਤਾਂ ਇਹਦਾ ਮਤਲਬ ਇਹ ਆ ਭਈ ਉਹਨਾਂ ਦੇ ਉੱਤੇ ਇਹ ਜਿਹੜਾ ਪ੍ਰਫੁੱਲ ਖੋਦੇ ਪਟੇਲ ਆ ਇਹ ਥੋਪਿਆ ਗਿਆ। ਔਰ ਨਾਲ ਦੀ ਨਾਲ ਇੰਪਲਾਈਡ ਆ ਕਿ ਜਦੋਂ ਮੋਦੀ ਸਾਹਿਬ ਵਰਗੇ ਪ੍ਰਧਾਨ ਮੰਤਰੀ ਉਹਨਾਂ ਨੂੰ ਉੱਥੇ ਲਿਜਾਂਦੇ ਨੇ, ਤਾਂ ਇਹਦਾ ਸਿੱਧਾ ਮਤਲਬ ਇਹ ਆ ਕਿ ਉਹਨਾਂ ਨੂੰ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਆ ਉਹਦਾ ਥਾਪੜਾ ਹਾਸਲ ਆ। ਔਰ ਉਹ ਜ਼ਰੂਰ ਉੱਥੇ ਲੋਕਾਂ ਦੇ ਵਿਰੋਧੀ, ਲੋਕ ਵਿਰੋਧੀ ਗੱਲਾਂ ਜਿਹੜੀਆਂ ਉਹ ਕਰਦੇ ਹੋਣਗੇ, ਤਾਂ ਕਰਕੇ ਹੀ ਜਿਹੜੇ IAS ਅਫਸਰ ਨੇ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ। ਪਹਿਲੀ ਗੱਲ ਤਾਂ ਜਦੋਂ ਉੱਥੇ ਅੱਜ ਤੱਕ IAS ਅਫਸਰ ਜਿਹੜੇ ਆ ਪ੍ਰਬੰਧਕ ਲੱਗਦੇ ਰਹੇ ਆ, ਤਾਂ ਹੁਣ ਗੈਰ IAS ਨੂੰ ਲਾਉਣ ਦਾ ਕੋਈ ਮੈਨੂੰ ਲੱਗਦਾ ਤੁਕ ਲੱਗਦਾ ਨਹੀਂਗਾ। ਤੇ ਇਹਦੇ 'ਚ ਵੀ ਜਿੱਦਾਂ ਕਹਿੰਦੇ ਆ ਵੀ ਦਾਲ 'ਚ ਕੁਝ ਕਾਲਾ ਕਾਲਾ ਹੀ ਲੱਗਦਾ। ਹਾਂਜੀ ਬਿਲਕੁਲ। ਭਾਰਤ ਦੀਆਂ ਖਬਰਾਂ ਜੇ ਆਪਾਂ ਹੋਰ ਧਿਆਨ ਮਾਰੀਏ ਤਾਂ ਇੱਕ ਖਬਰ ਆ ਰਹੀ ਆ, ਪਿਛਲੇ ਦਿਨਾਂ ਦੀ ਕੜੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਮਤਾ ਬੈਨਰਜੀ ਮਿਲ ਬੈਠੇ ਨੇ, ਔਰ ਉਹਨਾਂ ਨੇ ਜਿਹੜਾ ਤੂਫਾਨ ਆਇਆ ਹੈ ਕਾਫੀ ਵੱਡਾ, ਉਹਦੇ ਲਈ ਹਵਾਈ ਸਰਵੇਖਣ ਕੀਤਾ ਹੈ। ਵੈਸੇ ਤੇ ਮੈਨੂੰ ਤੇ ਇਹ ਵੀ ਗੱਲ ਬੜੀ ਅਜੀਬ ਲੱਗਦੀ ਹੁੰਦੀ ਆ, ਪਿਛਲੇ ਦਿਨੀ ਮੈਂ ਸੁਸ਼ੀਲ ਦਸਾਂਝ ਨਾਲ ਵੀ ਇਹ ਗੱਲ ਕਰ ਰਿਹਾ ਸੀਗਾ ਕਿ ਪਤਾ ਨਹੀਂ ਕਿਉਂ ਇਹ ਸਾਡੇ ਜਿਹੜੇ ਨੇਤਾ ਲੋਕ ਨੇ, ਭਾਵੇਂ ਉਹ ਪ੍ਰਧਾਨ ਮੰਤਰੀ ਮੋਦੀ ਹੋਵੇ, ਮੈਂ ਤੇ ਬੇਨਜ਼ੀਰ ਦੀ ਵੀ ਜਿਹੜੇ ਮੁੱਖ ਮੰਤਰੀ ਬਣੇ ਨੇ ਦੁਬਾਰਾ ਤੀਜੀ ਵਾਰ, ਮਮਤਾ ਬੈਨਰਜੀ, ਉਹ ਵੀ ਭਾਵੇਂ ਸਾਡੇ ਕੈਪਟਨ ਸਾਹਿਬ ਹੋਣ, ਯਾਨੀ ਕਿ ਸਾਰੇ ਹੀ, ਉਹ ਜਦੋਂ ਕੋਈ ਨਿੱਕੀ ਮੋਟੀ ਆਫਤ ਆਉਂਦੀ ਆ, ਹੜ੍ਹ ਆਉਂਦੇ ਆ, ਜਾਂ ਕੋਈ ਤੂਫਾਨ ਆਉਂਦਾ ਆ, ਜਾਂ ਕੋਈ ਹੋਰ ਕੁਦਰਤੀ ਮਾਰ ਪੈਂਦੀ ਆ, ਤੇ ਉਹ ਪਤਾ ਨਹੀਂ ਜ਼ਮੀਨ ਨਾਲ ਜੁੜੇ ਹੋਏ ਨਹੀਂਗੇ, ਤੇ ਨਾ ਹੀ ਜ਼ਮੀਨੀ ਰਿਪੋਰਟਾਂ ਦੇ ਉੱਤੇ ਉਹਨਾਂ ਨੂੰ ਕੋਈ ਜਿਹੜਾ ਆ ਉਹ ਤਸੱਲੀ ਹੁੰਦੀ ਆ, ਜਾਂ ਉੱਤੇ ਉਹਨਾਂ ਦਾ ਭਰੋਸਾ ਆ। ਉਹ ਜਿਵੇਂ ਆਪ ਹਵਾ 'ਚ ਉੱਡਦੇ ਰਹਿੰਦੇ ਨੇ, ਇਸੇ ਤਰ੍ਹਾਂ ਦੇ ਹਵਾਈ ਦੌਰੇ ਕਰਨੇ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਇੱਕ ਖਬਰ ਬਣ ਜਾਂਦੀ ਆ ਕਿ ਅੱਜ ਜੀ ਪ੍ਰਧਾਨ ਮੰਤਰੀ ਰਾਹ ਨੇ ਉਹ ਹੜ੍ਹ ਪੀੜਤਾਂ ਦਾ ਹਵਾ 'ਚੋਂ ਦੌਰਾ ਕਰਕੇ ਹਾਲ ਵੇਖਿਆ। ਸੋ ਇਹ ਜਿਹੜੇ ਹਵਾਈ ਦੌਰੇ ਕਰਦੇ ਨੇ ਲੋਕ, ਭਾਵੇਂ ਕੋਈ ਵੀ ਲੀਡਰ ਹੋਵੇ, ਆਪਾਂ ਇਕੱਲੇ ਮੋਦੀ ਰਾਹ ਨੂੰ ਨਿਸ਼ਾਨਾ ਨਹੀਂ ਬਣਾਉਂਦੇ। ਇੱਕ ਤਾਂ ਮੈਨੂੰ ਲੱਗਦਾ ਹੈ ਕਿ ਇਹ ਜ਼ਮੀਨ ਨਾਲੋਂ ਕੱਟੇ ਹੋਏ ਨੇਤਾ ਲੋਕ ਨੇ, ਤੇ ਖਬਰਾਂ 'ਚ ਰਹਿਣ ਦੇ ਖਾਤਰ ਜਾਂ ਆਪਣਾ ਇਮੇਜ ਇਹ ਦੱਸਣ ਲਈ ਕਿ ਅਸੀਂ ਲੋਕਾਂ ਦੇ ਬਹੁਤ ਹਮਦਰਦ ਹਾਂ, ਇਸ ਤਰ੍ਹਾਂ ਦੇ ਦੌਰੇ ਕਰਦੇ ਨੇ। ਮੈਨੂੰ ਨਹੀਂ ਸਮਝ ਲੱਗਦੀ ਕਿ ਹਵਾ ਵਿੱਚੋਂ ਕੀ ਵੇਖ ਕੇ ਲੋਕਾਂ ਦੀ ਹੈਲਪ ਕਰ ਸਕਦੇ ਆ, ਜਦੋਂ ਕਿ ਇੱਕ ਭਾਰਤ ਦੇ ਕੋਨੇ-ਕੋਨੇ ਵਿੱਚ ਕੋਈ ਨਾ ਕੋਈ ਇਕਾਈ ਆ, ਸਾਡੇ ਗ੍ਰਾਮ ਪੰਚਾਇਤਾਂ ਤੋਂ ਲੈ ਕੇ
ਕੇਂਦਰ ਤੱਕ ਡੈਮੋਕ੍ਰੈਟਿਕ ਢਾਂਚਾ, ਫਿਰ ਉਹਨਾਂ ਨੂੰ ਚਲਾਉਣ ਲਈ ਅਧਿਕਾਰੀਆਂ ਦੀਆਂ ਫੌਜਾਂ ਨੇ, ਥੱਲੇ ਮੁਲਾਜ਼ਮ ਨੇ। ਜਿਹੜੀਆਂ ਰਿਪੋਰਟਸ ਗਰਾਊਂਡ ਤੋਂ ਆਉਂਦੀਆਂ ਨੇ ਉਹਨਾਂ ਤੇ ਕੀ ਇਹਨਾਂ ਨੂੰ ਭਰੋਸਾ ਨਹੀਂ ਹੁੰਦਾ ਕਿ ਉਹ ਇਸ ਤਰ੍ਹਾਂ ਦੇ ਪਖੰਡ ਦੇ ਵਿੱਚ ਵਿਸ਼ਵਾਸ ਰੱਖਦੇ ਆ ਜੀ? ਇਹ ਜਿਹੜੇ ਹਵਾਈ ਸਰਵੇਖਣ ਹੈ ਨਾ ਜੀ, ਇਹ ਫੋਕੀ ਹਮਦਰਦੀ, ਮਗਰਮੱਛ ਦੇ ਹੰਝੂ ਵਗਾਉਣੇ, ਕੁਛ ਵੀ ਇਹਨਾਂ ਨੂੰ ਕਹਿ ਲਓ, ਕਿਉਂਕਿ ਉਹਦੇ ਨਾਲ ਬਿਲਕੁਲ ਲੋਕਾਂ ਨੂੰ ਕੋਈ ਫਾਇਦਾ ਨਹੀਂਗਾ ਹੁੰਦਾ। ਇਹਦੇ ਨਾਲੋਂ ਬਿਹਤਰ ਇਹ ਹੈਗਾ ਕਿ ਸਮੇਂ ਸਿਰ, ਜਿੱਦਾਂ ਪਤਾ ਵੀ ਹੜ੍ਹ ਆਉਂਦੇ ਆ, ਇਸ ਤਰੀਕੇ ਨਾਲ ਤਬਾਹੀ ਹੁੰਦੀ ਹੈਗੀ ਆ, ਇਹਦੇ ਅਗਾਊਂ ਪ੍ਰਬੰਧ ਕੀ ਕਰਨੇ ਆ ਉਹ ਜ਼ਰੂਰੀ ਆ। ਔਰ ਉਹਦੇ ਵਿੱਚ ਇਹ ਠੀਕ ਆ ਵੀ ਕੁਦਰਤ ਦੀ ਮਾਰ ਜਿਹੜੀ ਆ ਉਹ ਝੱਲਣੀ ਪੈਂਦੀ ਆ। ਬਹੁਤ ਜ਼ਿਆਦਾ ਕੁਦਰਤ ਦੇ ਵਿੱਚ ਤਾਕਤ ਹੈਗੀ ਆ, ਉਹ ਭਾਵੇਂ ਤੂਫਾਨ ਹੋਣ, ਭਾਵੇਂ ਹੜ੍ਹ ਹੋਣ, ਭਾਵੇਂ ਤੇਜ਼ ਹਵਾਵਾਂ ਹੋਣ, ਪਰੰਤੂ ਦੇਸ਼ ਦੇ ਜਿਹੜੇ ਰਾਜ ਕਰਨ ਵਾਲੇ ਲੋਕ ਆ, ਸਰਕਾਰ ਆ ਜਿਹੜੀ ਦੇਸ਼ ਦੀ, ਉਹਦਾ ਇਹ ਫਰਜ਼ ਬਣਦਾ ਕਿ ਸਮੇਂ ਸਿਰ ਪ੍ਰਬੰਧ ਕੀਤਾ ਜਾਵੇ। ਤੇ ਸਮੇਂ ਸਿਰ ਪ੍ਰਬੰਧ ਗਿੱਲ ਸਾਹਿਬ ਕੀ ਕਰਨਾ ਹੈਗਾ, ਇਹ ਕਿੰਨੀ ਬਦਕਿਸਮਤੀ ਵਾਲੀ ਗੱਲ ਆ। ਸਾਡੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਦੇ ਜਿਹੜੇ ਰਾਜੀਵ ਗਾਂਧੀ ਜੀ ਆ, ਉਹਨਾਂ ਨੇ ਇਹ ਕਿਹਾ ਸੀਗਾ ਭਈ ਜਦੋਂ ਡਿਵੈਲਪਮੈਂਟ ਲਈ ਜਾਂ ਕੋਈ ਜਿਹੜੀਆਂ ਰਾਜਾਂ ਨੂੰ ਅਸੀਂ ਪੈਸੇ ਭੇਜਦੇ ਹਾਂ ਸੈਂਟਰ ਤੋਂ, ਉਹਨਾਂ ਦੇ ਵਿੱਚੋਂ 80 ਪੈਸੇ ਜਿਹੜੇ ਆ ਰੁਪਈਏ ਚੋਂ, ਯਾਨੀ ਕਿ 80% ਜਿਹੜਾ ਉਹਦਾ ਹਿੱਸਾ ਹੈਗਾ ਉਹ ਰਾਹ ਦੇ ਵਿੱਚ ਖੁਰ ਜਾਂਦਾ ਆ, ਤੇ ਜਿੱਥੇ ਜਾਣਾ ਚਾਹੀਦਾ ਉੱਥੇ ਸਿਰਫ 20% ਜਾਂਦਾ ਹੈਗਾ। ਯਾਨੀ ਜੇ ਰੁਪਈਏ ਚੋਂ 20 ਪੈਸੇ ਜਿਹੜੇ ਆ ਉਹ ਜਾ ਰਹੇ ਹੈਗੇ ਡਿਵੈਲਪਮੈਂਟ ਲਈ, ਤੇ ਫਿਰ ਤਾਂ ਜਿੱਦਾਂ ਉਹ ਗੱਲਾਂ ਬਣੀਆਂ ਨੇ, ਗੱਲਾਂ ਕੀ ਬਣੀਆਂ, ਅਸਲੀਅਤ ਆ ਵੀ ਕਾਗਜ਼ਾਂ ਦੇ ਵਿੱਚ ਹੀ ਜਿਹੜਾ ਜੀ ਉਹ ਨਾਲਾ ਖੋਦਿਆ ਗਿਆ, ਕਾਗਜ਼ਾਂ ਦੇ ਵਿੱਚ ਹੀ ਉਹਨੂੰ ਭਰਿਆ ਗਿਆ, ਤੇ ਸਾਰਾ ਹਿਸਾਬ ਕਿਤਾਬ ਜਿਹੜਾ ਉਹ ਇਸ ਤਰ੍ਹਾਂ ਦਾ ਹੁੰਦਾ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਭਈ ਤੁਸੀਂ ਹਵਾਈ ਸਰਵੇਖਣ ਕਰਨ ਦੀ ਬਜਾਏ ਉਹਨਾਂ ਲਈ ਕੋਈ ਰਾਹਤ ਦੇ ਪ੍ਰਬੰਧ ਕਰੋ। ਜਿਹੜੇ ਹੜ੍ਹ ਦੇ ਵਿੱਚ ਫਸੇ ਆ, ਤੂਫਾਨ 'ਚ ਫਸੇ ਆ, ਉਹਨਾਂ ਨੂੰ ਕੱਢਣ ਦਾ ਕੋਈ ਪ੍ਰਬੰਧ ਕਰੋ, ਉਹਨਾਂ ਦੇ ਰਹਿਣ ਦਾ ਕੋਈ ਪ੍ਰਬੰਧ ਕਰੋ, ਉਹਨਾਂ ਦੇ ਖਾਣ ਪੀਣ ਦਾ ਕੋਈ ਪ੍ਰਬੰਧ ਕਰੋ। ਹਵਾਈ ਸਰਵੇਖਣ ਨਾਲ ਕੀ ਹੈਗਾ, ਇਹ ਤਾਂ ਮੈਂ ਸਮਝਣਾ ਵੀ, ਮੈਨੂੰ ਤਾਂ ਮਹਿਸੂਸ ਹੁੰਦਾ ਵੀ ਇਹ ਜਿੱਦਾਂ ਇੱਕ ਕੋਈ ਸਮਝ ਲਓ ਉਹ ਸੈਰ ਜਿਹੀ ਕਰਨ ਵਾਲਾ ਹਿਸਾਬ ਹੈਗਾ। ਉਹ ਵੇਖੋ ਕਿੰਨਾ ਪਾਣੀ ਥੱਲੇ ਆ ਗਿਆ, ਉਹ ਲੋਕ ਦੇਖੋ ਕਿੱਦਾਂ ਤਰਲੇ ਕਰ ਰਹੇ ਆ, ਲੋਕ ਕਿੱਦਾਂ ਸਾਡੇ ਵੱਲ ਨੂੰ ਵੇਖਦੇ ਆ। ਸੋ ਇਹ ਕੋਈ ਹੱਲ ਨਹੀਂ ਹੈ। ਤੇ ਜਿਹੜੀ ਤੁਸੀਂ ਮਮਤਾ ਬੈਨਰਜੀ ਦੀ ਤੇ ਨਰਿੰਦਰ ਮੋਦੀ ਹੋਰਾਂ ਦੀ ਇਕੱਠਿਆਂ ਸਰਵੇਖਣ ਕਰਨ ਦੀ ਗੱਲ ਕੀਤੀ ਆ, ਇਹ ਬਿਲਕੁਲ ਕੁਦਰਤੀ ਆ ਕਿ ਮਮਤਾ ਬੈਨਰਜੀ ਆਪਣੇ ਸੂਬੇ ਦੀ ਚੁਣੀ ਹੋਈ ਮੁੱਖ ਮੰਤਰੀ ਆ, ਔਰ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਆ। ਭਾਵੇਂ ਪਾਰਟੀਆਂ ਵੱਖਰੀਆਂ ਹੋਣ, ਪਰੰਤੂ ਇਹ ਦੋਨਾਂ ਦਾ ਹੀ ਫਰਜ਼ ਬਣਦਾ ਆ ਕਿ ਉਹ ਲੋਕਾਂ ਦੇ ਮਸਲਿਆਂ ਵੱਲ ਧਿਆਨ ਦੇਣ, ਔਰ ਕੇਂਦਰ ਦਾ ਵੀ ਫਰਜ਼ ਬਣਦਾ ਵੀ ਉਹ ਰਾਜਾਂ ਵੱਲ ਇੱਕੋ ਜਿਹੀ ਨਿਗਾਹ ਰੱਖੇ, ਡਿਸਕ੍ਰਿਮੀਨੇਸ਼ਨ ਨਾ ਕਰੇ। ਤੁਹਾਨੂੰ ਯਾਦ ਹੋਣਾ ਕਿ ਜੋਤੀ ਬਾਸੂ ਬੜਾ ਲੰਮਾ ਸਮਾਂ ਵੈਸਟ ਬੰਗਾਲ ਦੇ ਮੁੱਖ ਮੰਤਰੀ ਰਹੇ, ਔਰ ਉਹ ਕੇਂਦਰ ਸਰਕਾਰ ਨਾਲ ਕਦੀ ਵੀ ਆਮ ਤੌਰ ਤੇ ਉਹਨਾਂ ਦੀ ਪਾਰਟੀ ਦਾ ਰਾਜ ਕਰਦੀ ਨਹੀਂ ਸੀ ਕੇਂਦਰ ਸਰਕਾਰ 'ਚ, ਪਰੰਤੂ ਉਹ ਕੇਂਦਰ ਨੂੰ ਆਪਣੀ ਜਿਹੜੀ ਸੂਬੇ ਦੀਆਂ ਜਾਇਜ਼ ਮੰਗਾਂ ਆ ਉਹਦੇ ਨਾਲ ਕਨਵਿੰਸ ਕਰਾ ਕੇ ਗ੍ਰਾਂਟਾਂ ਵਗੈਰਾ ਵੀ ਲੈ ਲੈਂਦੇ ਸੀਗੇ, ਆਪਣਾ ਹਿੱਸਾ ਵੀ ਲੈ ਲੈਂਦੇ ਸੀਗੇ। ਇੱਕ ਗੱਲ ਗਿੱਲ ਸਾਹਿਬ ਇੱਥੇ ਬਾਰ-ਬਾਰ ਤੁਹਾਨੂੰ ਵੀ ਸੁਣਨ ਨੂੰ ਮਿਲਦੀ ਆ, ਸਾਨੂੰ ਵੀ ਸੁਣਨ ਨੂੰ ਮਿਲਦੀ ਆ ਕਿ 1971 ਦੇ ਵਿੱਚ ਬੰਗਾਲ ਜਿਹੜੇ ਆ ਉਹ ਦੋ ਵੱਖਰੇ ਹੋ ਗਏ ਸੀਗੇ। ਈਸਟ ਪਾਕਿਸਤਾਨ ਜਿਹੜਾ ਆ ਉਹਦਾ ਵਿੱਚ ਬੰਗਾਲ ਦੀ ਵੰਡ ਹੋ ਕੇ ਉਹ ਬੰਗਾਲ ਤੋਂ ਹੀ ਈਸਟ ਪਾਕਿਸਤਾਨ ਬਣਿਆ ਸੀਗਾ। 47 ਚ ਅੱਡ ਹੋ ਗਏ ਨਾ ਜੀ, 71 ਹਾਂਜੀ 47 ਦੀ ਗੱਲ ਕਰਦਾ ਮੈਂ। ਹਾਂਜੀ 47 ਚ ਅੱਡ ਹੋਏ ਆ ਨਾ, ਜਿੱਦਾਂ ਪੰਜਾਬ ਦੀ ਵੰਡ ਹੋਈ ਇਦਾਂ ਹੀ ਬੰਗਾਲ ਦੀ ਵੰਡ ਹੋਈ। ਹਾਂਜੀ, ਤੇ ਫਿਰ 1971 ਦੇ ਵਿੱਚ ਜਿਹੜਾ ਬੰਗਾਲ ਸੀਗਾ, ਈਸਟ ਬੰਗਾਲ, ਈਸਟ ਪਾਕਿਸਤਾਨ, ਉਹ ਬੰਗਲਾਦੇਸ਼ ਬਣ ਗਿਆ। ਤੇ ਮੈਂ 1972 ਦੇ ਵਿੱਚ ਜਦੋਂ ਦਿੱਲੀ ਹੁੰਦਾ ਸੀਗਾ, ਤੇ ਮੈਂ ਜਿਹੜੇ ਬੰਗਾਲੀ ਦੋਸਤ ਸੀਗੇ ਉਹਨਾਂ ਨੂੰ ਇਹ ਸਵਾਲ ਕੀਤਾ ਭਈ ਈਸਟ ਪੰਜਾਬ ਤੇ ਵੈਸਟ ਪੰਜਾਬ ਤਾਂ ਸਮਝ ਆਉਂਦੇ ਆ ਕਿ ਈਸਟ ਪੰਜਾਬ ਇੰਡੀਆ 'ਚ ਆ, ਵੈਸਟ ਪੰਜਾਬ ਜਿਹੜਾ ਉਹ ਪਾਕਿਸਤਾਨ 'ਚ ਆ, ਬਈ ਹੁਣ ਜਦੋਂ ਈਸਟ ਬੰਗਾਲ ਕਿਤੇ ਰਿਹਾ ਹੀ ਨਹੀਂ ਤੇ ਤੁਸੀਂ ਵੈਸਟ ਬੰਗਾਲ ਕਿਉਂ ਕਹਿੰਦੇ ਆ, ਤੁਸੀਂ ਬੰਗਾਲ ਕਿਉਂ ਨਹੀਂ ਕਹਿੰਦੇ? ਉਹ ਕਹਿੰਦੇ ਜੀ ਗੱਲ ਇਹ ਆ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਆ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ
ਕਿ ਅੰਗਰੇਜ਼ਾਂ ਨੇ ਸਾਡੇ ਨਾਲ ਕਿੰਨੀ ਜ਼ਿਆਦਤੀ ਕੀਤੀ, ਕਿ ਬੰਗਾਲ ਦੀ ਵੰਡ ਕੀਤੀ। ਅਸੀਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਦੱਸਣਾ ਚਾਹੁੰਦੇ ਹਾਂ ਭਈ ਸਾਡਾ ਇੱਕ ਬੰਗਾਲ ਸੀਗਾ, ਉਹ ਦੁਸ਼ਮਣ ਨੇ ਸਾਡੇ ਦੇਸ਼ ਤੇ ਜਿਹੜੇ ਰਾਜ ਕਰਦੇ ਸੀਗੇ, ਉਹਨਾਂ ਨੇ ਸਾਨੂੰ ਵੈਸਟ ਬੰਗਾਲ ਬਣਾਇਆ। ਤੇ ਅਸੀਂ ਇਸ ਕਰਕੇ ਇਹਨੂੰ ਵੈਸਟ ਬੰਗਾਲ ਕਹਿੰਦੇ ਆ ਕਿ ਅਸੀਂ ਆਉਣ ਵਾਲੀਆਂ ਜਨਰੇਸ਼ਨਾਂ ਦੇ ਮਨਾਂ ਦੇ ਵਿੱਚੋਂ ਇਹ ਗੱਲ ਕਿਤੇ ਭੁੱਲ ਨਾ ਜਾਵੇ ਭਈ ਇਹਦਾ ਮਤਲਬ ਕੀ ਆ। ਤੇ ਇਹਦਾ ਮਤਲਬ ਇਹ ਆ ਵੀ ਅੰਗਰੇਜ਼ਾਂ ਨੇ ਸਾਡੇ ਨਾਲ ਜ਼ਿਆਦਤੀ ਕੀਤੀ, ਸਾਡੀ ਵੰਡ ਕੀਤੀ, ਪਰ ਅਸੀਂ ਇਹ ਵੰਡ ਸਵੀਕਾਰ ਨਹੀਂ ਕਰਦੇ, ਅਸੀਂ ਇਹਨੂੰ ਵੈਸਟ ਬੰਗਾਲ ਹੀ ਕਹਿਣਾ ਜੀ। ਇਹ ਚੀਜ਼ ਜਿਹੜੇ ਹਾਵ ਭਾਵ ਨੇ ਪ੍ਰੋਫੈਸਰ ਸਾਹਿਬ ਆਮ ਜਿਹੜੇ ਪੰਜਾਬ ਦੇ ਆ, ਕਿਉਂਕਿ 47 ਦੀ ਵੰਡ ਦਾ ਜਿਹੜਾ ਸੰਤਾਪ ਆ ਉਹ ਸਭ ਤੋਂ ਵੱਧ ਭੁਗਤਿਆ ਪੰਜਾਬ ਨੇ ਤੇ ਬੰਗਾਲ ਨਹੀਂ ਸੀਗਾ, ਆਪਾਂ ਜਾਣਦੇ ਆ। ਤੇ ਇਹੋ ਹੀ ਦੋ ਸੂਬੇ ਜਿਹੜੇ ਸੀਗੇ ਆਜ਼ਾਦੀ ਦੀ ਲਹਿਰ ਦੀ ਅਗਵਾਈ ਵੀ ਕਰਦੇ ਸੀ, ਮੋਹਰੀ ਭੂਮਿਕਾ ਅਦਾ ਕਰਦੇ ਸੀ, ਭਾਵੇਂ ਕਿ ਇਹਨਾਂ ਨੂੰ ਮੁੜ ਕੇ ਪਾਵਰ ਸ਼ੇਅਰ ਦੇ ਵੇਲੇ ਇਹਨਾਂ ਨੂੰ ਪਾਸੇ ਕਰ ਦਿੱਤਾ ਗਿਆ, ਕਿਉਂਕਿ ਪੰਜਾਬ ਦੇ ਵਿੱਚ ਤੇ ਪੰਜਾਬੀਆਂ ਦੀ ਗਿਣਤੀ ਇੰਨੀ ਘੱਟ ਸੀਗੀ ਕਿ ਉਹਨਾਂ ਨੇ ਜਿਹੜਾ ਆਜ਼ਾਦੀ 'ਚ ਰੋਲ ਕੀਤਾ ਉਹ ਤਾਂ ਖੈਰ ਬਹੁਤ 98% ਉਹਨਾਂ ਦਾ ਰੋਲ ਸੀਗਾ ਜਦੋਂ ਅੰਕੜੇ ਆਉਂਦੇ ਆ ਸਾਹਮਣੇ। ਪਰ ਸਭ ਤੋਂ ਵੱਡਾ ਸੰਤਾਪ ਇਹਨਾਂ ਦੋ ਸੂਬਿਆਂ ਨੇ ਭੋਗਿਆ ਸੀਗਾ। ਜਿਹੜੇ ਦੋਨਾਂ ਪਾਸਿਆਂ ਦੇ ਲੋਕ ਨੇ, ਭਾਵੇਂ ਤੁਸੀਂ ਬੰਗਾਲ ਦੀ ਗੱਲ ਕਰਦੇ ਹੋ, ਉੱਥੋਂ ਦੇ ਮੈਨੂੰ ਕਲਚਰ ਦੀ ਬਹੁਤੀ ਸਮਝ ਨਹੀਂ ਆ, ਕਿਉਂਕਿ ਹਿੰਦੂ ਮੁਸਲਿਮ ਦੇ ਨਾਂ ਤੇ ਦੇਸ਼ ਵੰਡਿਆ ਸੀਗਾ ਦੋ ਕੌਮਾਂ ਦੇ ਸਿਧਾਂਤ ਤੇ। ਪਰ ਪਾਕਿਸਤਾਨ ਦੇ ਵਿੱਚ ਗਿਆ ਪੰਜਾਬ ਤੇ ਆਪਣਾ ਪੰਜਾਬ ਜਿਹੜਾ ਭਾਰਤ ਵਾਲੇ ਪਾਸੇ ਰਹਿ ਗਿਆ, ਸੁਕੜ ਕੇ ਹੋਰ ਛੋਟਾ ਜਿਹਾ ਕਰਤਾ ਤੇ ਉਹਨੂੰ 66 ਵਿੱਚ ਫੇਰ ਤੋੜ ਦਿੱਤਾ ਸਾਡੇ ਅਕਾਲੀ ਲੀਡਰਾਂ ਦੀਆਂ ਵੱਡੀਆਂ ਵੱਡੀਆਂ ਗਲਤੀਆਂ ਕਰਕੇ। ਔਰ ਲੋਕਾਂ ਦੇ ਵਿੱਚ ਜਿਹੜਾ ਪਿਆਰ ਸਨੇਹ ਭਾਵਨਾ ਆ ਉਹ ਅਜੇ ਤੱਕ ਬਰਕਰਾਰ ਆ। ਤੀਜੀ ਚੌਥੀ ਪੀੜ੍ਹੀ ਸ਼ੁਰੂ ਹੋ ਗਈ ਆ। ਅੱਜ ਵੀ ਲੋਕ ਇੱਕ ਦੂਜੇ ਨੂੰ ਮਿਲ ਕੇ ਭੁੱਬੀ ਰੋਂਦੇ ਨੇ, ਆਪੋ ਆਪਣੇ ਵੱਡਿਆਂ ਦੇ ਜਗ੍ਹਾ ਵੇਖਣ ਜਾਂਦੇ ਨੇ। ਤੇ ਖਾਸ ਕਰਕੇ ਸਿੱਖਾਂ ਦਾ ਤੇ ਸਾਰੇ ਦਾ ਸਾਰਾ ਜਿਹੜਾ ਹੈਰੀਟੇਜ ਆ, ਜਿਹੜਾ ਸਾਰਾ ਹੀ ਖਜ਼ਾਨਾ ਆ, ਜਿਹੜਾ ਕੁਝ ਸਮਾਂ ਸਿੱਖ ਰਾਜ ਵੀ ਬਣਿਆ, ਉਹਦੀਆਂ ਸਾਰੀਆਂ ਯਾਦਾਂ ਔਰ ਗੁਰੂ ਸਾਹਿਬਾਂ ਨਾਲ ਸੰਬੰਧਿਤ ਜਗ੍ਹਾਵਾਂ ਔਰ ਹੋਰ ਸਾਰਾ ਕੁਝ, ਉਹ ਸਾਰਾ ਰਹਿ ਹੀ ਜਿਹੜਾ ਲਹਿੰਦਾ ਪੰਜਾਬ ਆ ਉਹਦੇ ਵਾਲੇ ਪਾਸੇ ਚਲਾ ਗਿਆ। ਸੋ ਲੋਕ ਜਿਹੜੇ ਆ ਉਹ ਮੇਰੇ ਖਿਆਲ 'ਚ ਦੁਨੀਆ ਦੇ ਕਿਸੇ ਹੋਰ ਹਿੱਸੇ 'ਚ ਜਾਣਾ ਇੰਨਾ ਪਸੰਦ ਨਹੀਂ ਕਰਦੇ ਜਿੰਨਾ ਭਾਰਤ ਵਾਲੇ ਪਾਸਿਓਂ ਆਮ ਸਧਾਰਨ ਪੰਜਾਬੀ ਪਾਕਿਸਤਾਨ ਜਾਣਾ ਚਾਹੁੰਦਾ ਆ ਤੇ ਪਾਕਿਸਤਾਨ ਦੇ ਲੋਕ ਭਾਰਤ ਆਉਣਾ ਚਾਹੁੰਦੇ ਆ। ਪਰ ਸਰਕਾਰਾਂ ਨੇ ਜਿਸ ਤਰੀਕੇ ਨਾਲ ਲਕੀਰ ਹੀ ਨਹੀਂ ਖਿੱਚੀ ਵੰਡ ਦੀ, ਉਸ ਤੋਂ ਬਾਅਦ ਨਫ਼ਰਤ ਦੀ ਲਕੀਰ ਵੀ ਬਰਕਰਾਰ ਰੱਖੀ ਹੋਈ ਆਪਸ 'ਚ, ਪਰ ਲੋਕਾਂ ਵਿੱਚ ਭਾਈਚਾਰਾ ਉਸੇ ਤਰ੍ਹਾਂ ਹੀ ਹੈ ਜੀ। ਇਹ ਅਸਲ ਦੇ ਵਿੱਚ ਗਿੱਲ ਸਾਹਿਬ ਜਿਹੜੀ ਵੰਡ ਹੋਈ ਨਾ, ਇਹ ਗੈਰ ਕੁਦਰਤੀ ਵੰਡ ਸੀਗੀ। ਵੰਡ ਕਿੱਦਾਂ ਕੀਤੀ ਗਈ? ਨਕਸ਼ਾ ਫੜਿਆ ਜੀ, ਤੇ ਨਕਸ਼ੇ ਦੇ ਉੱਤੇ ਇੱਕ ਜਿੱਦਾਂ ਕਿਸੇ ਦੀ ਹਿੱਕ ਦੇ ਉੱਤੇ ਛੁਰੀ ਫੇਰ ਕੇ ਉਹਦੇ ਦੋ ਹਿੱਸੇ ਕੀਤੇ ਜਾਂਦੇ ਆ ਨਾ, ਇਸ ਤਰ੍ਹਾਂ ਪੈਨਸਲ ਨਾਲ ਲਾਲ ਲਕੀਰ ਖਿੱਚਤੀ ਵੀ ਇਧਰਲੇ ਪਾਸੇ ਪਾਕਿਸਤਾਨ ਆ ਤੇ ਇਧਰਲੇ ਪਾਸੇ ਜਿਹੜਾ ਹਿੰਦੁਸਤਾਨ ਆ। ਔਰ ਇਹ ਤੁਸੀਂ ਬਿਲਕੁਲ ਠੀਕ ਕਿਹਾ ਆ ਕਿ ਸਿੱਖ ਧਰਮ ਦੇ ਜਿਹੜੇ ਬਾਨੀ ਆ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹਨਾਂ ਦੀ ਜਨਮ ਭੂਮੀ ਜਿਹੜੀ ਆ ਉਹ ਪਾਕਿਸਤਾਨ ਦੇ ਵਿੱਚ ਆ। ਔਰ ਪਾਕਿਸਤਾਨ ਦੇ ਵਿੱਚ ਹੀ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸਥਾਨ ਨੇ, ਔਰ ਲਾਹੌਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਵੀ ਰਹੀ। ਇਸੇ ਤਰ੍ਹਾਂ ਜਿਹੜਾ ਅਹਿਮਦੀਆ ਬਰਾਦਰੀ ਆ ਨਾ ਮੁਸਲਮਾਨਾਂ ਦੇ ਵਿੱਚ, ਅਹਿਮਦਾ ਬਰਾਦਰੀ ਦਾ ਜਿਹੜਾ ਹੈੱਡਕੁਆਟਰ ਆ ਉਹ ਪਾਕਿਸਤਾਨ 'ਚ ਨਹੀਂਗਾ, ਕਾਦੀਆਂ ਭਾਰਤ ਦੇ ਵਿੱਚ ਆ, ਉਹ ਕਾਦੀਆਂ ਆ। ਹਾਂਜੀ। ਸੋ ਇਸ ਤਰੀਕੇ ਨਾਲ ਜਿਹੜੀ ਗੈਰ ਕੁਦਰਤੀ ਵੰਡ ਹੈਗੀ ਆ, ਉਹਦੇ ਕਰਕੇ ਇਸੇ ਤਰ੍ਹਾਂ ਬੰਗਾਲੀਆਂ ਦੇ ਵਿੱਚ ਵੀ। ਪਰ ਇਹਦਾ ਕਾਰਨ ਮੁੱਖ ਇਹ ਆ ਬਈ ਜਿੱਦਾਂ ਮੈਂ ਪਹਿਲਾਂ ਕਿਹਾ, ਇਹ ਗੈਰ ਕੁਦਰਤੀ ਵੰਡ ਆ। ਤੇ ਈਸਟ ਬੰਗਾਲ ਤੇ ਵੈਸਟ ਬੰਗਾਲ, ਈਸਟ ਪਾਕਿਸਤਾਨ ਤੇ ਵੈਸਟ ਪਾਕਿਸਤਾਨ, ਇਹਨਾਂ ਦਾ ਕਲਚਰ ਜਿਹੜਾ ਹੈਗਾ ਇਹ ਸਾਂਝਾ ਆ। ਇੱਕੋ ਹੀ ਇਹਨਾਂ ਦੀ ਜ਼ੁਬਾਨ ਆ, ਇੱਕੋ ਹੀ ਇਹਨਾਂ ਦਾ ਇਤਿਹਾਸ ਆ, ਇੱਕੋ ਇਹਨਾਂ ਦੇ ਜੀਨ ਨੇ। ਸੋ ਇਸ ਕਰਕੇ ਇਹ ਗੈਰ ਕੁਦਰਤੀ ਵੰਡ ਹੋਣ ਕਰਕੇ ਜਿਹੜੀ ਖਿੱਚ ਹੈਗੀ ਆ ਉਹ ਈਸਟ ਪੰਜਾਬ ਵਾਲੇ ਪੰਜਾਬੀਆਂ ਦੀ ਵੈਸਟ ਪੰਜਾਬ ਵੱਲ ਔਰ ਵੈਸਟ ਪੰਜਾਬ ਵਾਲਿਆਂ ਦੀ ਈਸਟ ਪੰਜਾਬ ਵੱਲ ਰਹਿੰਦੀ ਆ। ਤੇ ਨਾਲ ਦੀ ਨਾਲ ਬੰਗਾਲ ਦੇ ਵਿੱਚ ਵੀ ਇਹੀ ਵਰਤਾਰਾ ਜਿਹੜਾ ਉਹ ਚੱਲਦਾ ਆ। ਸੋ ਇਹ ਜੀ ਜਿਹੜੀਆਂ ਹਕੂਮਤਾਂ, ਸਾਮਰਾਜ, ਗੈਰ ਕੁਦਰਤੀ ਵੰਡ ਜਿਹੜੀ ਆ ਇਹ ਲੋਕਾਂ ਨੂੰ ਹੁਣ ਸਮਝ ਆਉਣ ਲੱਗ ਗਈ ਆ। ਪਰ ਹੁਣ ਕਿਉਂਕਿ ਵੇਲਾ ਲੰਘ ਚੁੱਕਾ ਆ, ਔਰ ਪਿੱਛੇ ਜੇ
ਇੱਕ ਦੋ ਦਿਨ ਮੈਂ ਵੇਖਿਆ ਪਹਿਲਾਂ ਜੀ ਕਿ ਇੱਕ ਵਾਇਰਲ ਹੋਈ ਹੈਗੀ ਆ ਵੀਡੀਓ, ਜਿਹਦੇ 'ਚ ਪੰਡਿਤ ਨਹਿਰੂ ਇਹ ਐਡਮਿਟ ਕਰ ਰਹੇ ਆ, 1964 ਦੀ ਉਹਨਾਂ ਦੀ ਕੋਈ ਤਕਰੀਰ ਆ, ਤੁਸੀਂ ਦੇਖੀ ਹੋਣੀ ਆ, ਕਿ ਮੈਂ ਇਸ ਗੱਲ ਲਈ ਜ਼ਿੰਮੇਵਾਰ ਹਾਂ ਬਈ, ਯਾਨੀ ਕਹਿ ਲਓ ਵੀ ਮੈਂ ਵੰਡ ਕਰਾਈ ਆ। ਮੈਂ ਵੈਸੇ ਹੁਣ ਤੱਕ ਮਹਿਸੂਸ ਕਰਦਾ ਰਿਹਾ ਵੀ ਇਹਦੇ ਲਈ ਗਾਂਧੀ ਜੀ ਜ਼ਿੰਮੇਵਾਰ ਸੀਗੇ, ਕਿਉਂਕਿ ਕਾਂਗਰਸ ਦੇ ਵਿੱਚ ਮਸਲਾ ਇਹ ਆ ਗਿਆ ਸੀਗਾ ਵੀ ਜੇ ਦੇਸ਼ ਆਜ਼ਾਦ ਹੋ ਜੇ ਤਾਂ ਪ੍ਰਧਾਨ ਮੰਤਰੀ ਉਹਦੇ ਜਿਨਾਹ ਸਾਹਿਬ ਬਣਨਗੇ ਕਿ ਪੰਡਿਤ ਨਹਿਰੂ ਬਣਨਗੇ, ਤੇ ਇਹ ਵਿਸ਼ਵਾਸ ਕੀਤਾ ਜਾਂਦਾ, ਇਹ ਮੰਨਿਆ ਜਾਂਦਾ ਵੀ ਗਾਂਧੀ ਜੀ ਕਿਉਂਕਿ ਨਹਿਰੂ ਵਾਲੇ ਪਾਸੇ ਖੜ ਗਏ, ਤੇ ਫਿਰ ਜਿਨ੍ਹਾਂ ਨੇ ਦੇਖਿਆ ਵੀ ਮੈਨੂੰ ਤਾਂ ਇਸ ਤਰ੍ਹਾਂ ਮੌਕਾ ਮਿਲਣਾ ਨਹੀਂਗਾ, ਕਹਿੰਦੇ ਵੀ ਇਹ ਵੀ ਇੱਕ ਕਾਰਨ ਸੀਗਾ ਕਿ ਉਹਨਾਂ ਨੇ ਮੁਸਲਿਮ ਲੀਗ ਜਿਹੜੀ ਆ ਉਹ ਗਠਿਤ ਕੀਤੀ ਸੀਗੀ। ਜੀ ਬਿਲਕੁਲ, ਇਹ ਬਹੁਤ ਵੱਡਾ ਵਿਸ਼ਾ ਜੀ, ਇਹਦੇ ਤੇ ਬਹੁਤ ਕੁਝ ਰਿਸਰਚ ਹੋ ਚੁੱਕੀ ਆ, ਔਰ ਇਹਦੇ ਵਿੱਚ ਵਾਕਿਆ ਹੀ ਸੱਚਮੁੱਚ ਹੀ ਜਿਹੜੇ ਉਸ ਸਮੇਂ ਦੇ ਜਿਹੜੇ ਸਾਡੇ ਲੀਡਰ ਸਾਹਿਬਾਨ ਸੀ, ਚਾਹੇ ਉਹ ਜਿਨਾਹ ਸਾਹਿਬ ਦਾ ਨਾਂ ਲੈ ਲਈਏ ਜਿਨ੍ਹਾਂ ਨੇ 2 ਕੌਮਾਂ ਦਾ ਸਿਧਾਂਤ ਦਿੱਤਾ ਸੀਗਾ, ਤੇ ਜਾਂ ਫਿਰ ਆਪਾਂ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀ ਉਹਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ। ਜ਼ਿੰਮੇਵਾਰ ਹੀ ਨਹੀਂ, ਸਗੋਂ ਉਹਨਾਂ ਨੂੰ ਇਹ ਵੰਡ ਦੇ ਸਿੱਧੇ ਤੌਰ ਤੇ ਜ਼ਿੰਮੇਵਾਰ ਕਹਿਣਾ ਚਾਹੀਦਾ। ਫਿਰ ਉਸ ਸਮੇਂ ਦੀ ਪ੍ਰੈਸ ਜਿਹੜੀ ਸੀ, ਆਰੀਆ ਸਮਾਜੀ ਪ੍ਰੈਸ ਦਾ ਵੱਡਾ ਰੋਲ ਅਸੀਂ ਪੜ੍ਹਦੇ ਸੁਣਦੇ ਆਏ ਰਿਹਾ ਸੀਗਾ ਕਿ ਹਿੰਦੂ ਤੇ ਮੁਸਲਮਾਨ 'ਚ ਨਫ਼ਰਤ ਪੈਦਾ ਕਰਨ ਦਾ ਜਿਹੜਾ ਸੀਗਾ। ਹਾਲਾਂਕਿ ਆਪਾਂ ਜਾਣਦੇ ਹਾਂ ਕਿ ਜਦੋਂ ਆਪਾਂ ਪਿਛਲੇ ਦਿਨਾਂ 'ਚ ਸਰ ਛੋਟੂ ਰਾਮ ਹੋਰਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਕਿਸਾਨ ਮੂਵਮੈਂਟ ਨੂੰ ਲੈ ਕੇ, ਤੇ ਉਹਨਾਂ ਦੀ ਜਿਹੜੀ ਯੂਨੀਨਿਸਟ ਪਾਰਟੀ ਬਣੀ ਸੀਗੀ ਸਰ ਲਿਆਕਤ ਖਾਨ ਦੀ ਰਹਿਨਮਾਈ ਥੱਲੇ, ਉਹ ਕਹਿੰਦੇ ਆ ਕਿ ਉਸ ਸਮੇਂ ਦੀ, ਚਾਹੇ ਉਹ ਉਸ ਸਮੇਂ ਮੁਲਕ ਗੁਲਾਮ ਸੀਗਾ, ਇੱਕ ਬਹੁਤ ਵਧੀਆ ਐਗਜ਼ਾਮਪਲ ਸੀ ਔਰ ਬਹੁਤ ਵਧੀਆ ਸਰਕਾਰ ਉਹਨਾਂ ਚਲਾਈ, ਔਰ ਉਸ ਸਮੇਂ ਦੇ ਜਿਹੜੇ ਉਹਨਾਂ ਲਾਅ ਬਣਾਏ ਸੀਗੇ ਉਹ ਮਤਲਬ ਉਹਨਾਂ ਦੀ ਮਿਸਾਲ ਅੱਜ ਵੀ ਨਹੀਂ ਦੇ ਸਕਦੇ। ਬਿਲਕੁਲ ਇਹ ਸਹੀ ਗੱਲ ਹੈ ਜੀ ਕਿ ਉਹਨਾਂ ਨੇ ਸਰ ਛੋਟੂ ਰਾਮ ਨੇ, ਜਿਹੜੇ ਛੋਟੂ ਰਾਮ ਨੂੰ ਕ੍ਰੈਡਿਟ ਇਸ ਕਰਕੇ ਦਿੱਤਾ ਜਾਂਦਾ ਕਿ ਉਹਨਾਂ ਨੇ ਇਹ ਜਿਹੜੇ ਕਾਨੂੰਨ ਹੈਗੇ ਆ ਉਹ ਪੇਸ਼ ਕੀਤੇ ਔਰ ਪਾਸ ਕਰਾਏ ਕਿਸਾਨਾਂ ਦੇ ਹੱਕ ਦੇ ਵਿੱਚ। ਅੱਜ ਵੀ ਆ ਹੁਣ ਜਦੋਂ ਕਿਸਾਨ ਮੂਵਮੈਂਟ ਚੱਲੀ ਹੈ, ਗਿੱਲ ਸਾਹਿਬ ਜੇ ਗੱਲ ਚੱਲੀ ਹੈ ਤਾਂ ਤੁਸੀਂ ਇਹ ਹੈਰਾਨ ਹੋਵੋਗੇ, ਖੁਸ਼ ਹੋਵੋਗੇ ਬਲਕਿ, ਕਿ ਜਦੋਂ ਇਹ ਸਰ ਛੋਟੂ ਰਾਮ ਦਾ ਦਿਨ ਇੱਥੇ ਮਨਾ ਰਹੇ ਸੀਗੇ ਨਾ, ਤੇ ਮੈਨੂੰ ਕਿਸੇ ਹਰਿਆਣਾ ਵਾਸੀ ਨੇ ਦੱਸਿਆ ਭਈ ਅੱਜ ਕੱਲ੍ਹ ਜਿਹੜੇ ਮੁੰਡਿਆਂ ਕੁੜੀਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਛਪਦੇ ਨੇ ਨਾ ਹਰਿਆਣੇ 'ਚ, ਉਹਦੇ ਉੱਤੇ ਸਰ ਛੋਟੂ ਰਾਮ ਦੀ ਤਸਵੀਰ ਲਾਈ ਜਾਂਦੀ ਆ। ਅੱਛਾ ਜੀ। ਸੋ ਮਤਲਬ ਕਿ ਜਿਹੜੀ ਤੁਸੀਂ ਉਹਨਾਂ ਦੀ ਗੱਲ ਕੀਤੀ ਹੈ ਨਾ ਯੂਨੀਨਿਸਟ ਪਾਰਟੀ ਦੀ, ਕਿ ਯੂਨੀਨਿਸਟ ਪਾਰਟੀ ਨੇ ਲੋਕ ਪੱਖੀ ਇੰਨੇ ਕੰਮ ਕੀਤੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਵੀ ਉਹਨਾਂ ਦੀ ਤਸਵੀਰ ਜਿਹੜੀ ਆ ਉਹ ਇਸ ਤਰੀਕੇ ਨਾਲ ਆ ਕਿ ਉਸ ਵੇਲੇ ਦੇ ਮੰਤਰੀ ਛੋਟੂ ਰਾਮ, ਜਿਹੜੇ ਸਰ ਛੋਟੂ ਰਾਮ ਕਰਕੇ ਜਾਣੇ ਜਾਂਦੇ ਆ, ਉਹਨਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਲੋਕਾਂ ਨੇ ਆਪਣੇ ਮਨਾਂ ਦੇ ਵਿੱਚ ਵਸਾਇਆ ਹੋਇਆ ਵਾ। ਬਿਲਕੁਲ ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ। ਥੋੜ੍ਹਾ ਜਿਹਾ ਹੁਣ ਪੰਜਾਬ ਦੀਆਂ ਖਬਰਾਂ ਵੱਲ ਵੀ ਆਪਾਂ ਹੋਰ ਝਾਤੀ ਮਾਰ ਲਈਏ। ਇੱਕ ਖਬਰ ਜਿਹੜੀ ਮੇਰੇ ਸਾਹਮਣੇ ਚੱਲ ਰਹੀ ਆ ਉਹ ਇਹ ਆ ਕਿ 4.5 ਸਾਲ ਦਾ ਕਰੀਬ ਕੈਪਟਨ ਸਰਕਾਰ ਨੂੰ ਹੋ ਗਏ, ਔਰ ਆਪਾਂ ਨੇ ਰੋਜ਼ ਦੁਹਾਈਆਂ ਦੇ ਦੇ ਕੇ ਪੰਜਾਬੀਆਂ ਨੇ ਕਿਹਾ ਕਿ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀਗੇ, ਜਿਹੜੇ ਤੁਸੀਂ ਉਹ ਪੀਕੇ ਕੋਲੋਂ, ਪ੍ਰਸ਼ਾਂਤ ਕਿਸ਼ੋਰ ਕੋਲੋਂ ਝੂਠੇ ਵਾਅਦੇ ਕਰਾਏ ਸੀ ਤੇ ਗੁੰਮਰਾਹ ਕੀਤਾ ਸੀ ਪੰਜਾਬੀਆਂ ਨੂੰ, ਉਹਨਾਂ 'ਚੋਂ ਕੋਈ ਰੱਬ ਦੀ ਦੁਹਾਈ ਕੋਈ 2-4 ਹੀ ਪੂਰੇ ਕਰ ਦਿਓ। ਨਾ ਕਿਸੇ ਦਾ ਕਰਜ਼ਾ ਮਾਫ ਹੋਇਆ, ਨਾ ਬੱਚਿਆਂ ਨੂੰ ਨੌਕਰੀਆਂ ਮਿਲੀਆਂ, ਨਾ ਪੈਨਸ਼ਨਾਂ 'ਚ ਵਾਧਾ ਹੋਇਆ ਬਜ਼ੁਰਗਾਂ ਦੀਆਂ 'ਚ। ਔਰ ਮੈਂ ਤੇ ਹੈਰਾਨ ਆ ਕਿ ਉਹਨਾਂ ਦਿਨਾਂ ਦੇ ਵਿੱਚ ਲੱਲੂ ਪੰਜੂ ਲੀਡਰ, ਛੋਟੇ ਛੋਟੇ ਲੀਡਰ ਵੀ ਸਟੇਜ ਦੇ ਉੱਤੇ ਬਾਹਾਂ ਖੜੀਆਂ ਕਰ ਕਰਕੇ ਕਹਿੰਦੇ ਸੀ ਕਿ ਅਸੀਂ ਅਕਾਲੀਆਂ ਦੀਆਂ ਦਿੱਤੀਆਂ ਰਹਿਤਾਂ ਤੋਂ ਕਿਤੇ ਵੱਧ ਰਹਿਤਾਂ ਦੇਵਾਂਗੇ, ਜੇ ਉਹ ਆਟਾ ਦਾਲ ਸਕੀਮ ਲਿਆਏ ਤੇ ਅਸੀਂ ਖੰਡ ਚਾਹ ਪੱਤੀ ਤੇ ਘਿਓ ਵੀ ਦੇਵਾਂਗੇ, ਮਤਲਬ ਇੱਥੋਂ ਤੱਕ। ਤੇ ਉਹ ਜਿਹੜੇ ਰਾਜਾ ਵੜਿੰਗਰੀ ਨੇ ਇੱਕ ਵਾਰੀ ਉਹਨਾਂ ਦੇ ਤੇ ਕਰੀ ਹਾਸੋ ਹੀਣੀ ਆਪਾਂ ਪੜ੍ਹਦੇ ਰਹੇ ਹਾਂ ਕਿ ਬਟਾਲੇ ਜਾ ਕੇ ਉਹਨਾਂ ਇੱਕ ਭਾਸ਼ਣ ਕੀਤਾ ਸੀਗਾ ਕਿ ਤੁਹਾਡੇ ਘਰ 'ਚ ਨਿਆਣਾ ਵੀ ਜੰਮੂਗਾ ਤੇ ਤਰਾਗੀ ਸਰਕਾਰ ਦੇਊਗੀ ਬੰਨਣ ਲਈ। ਤੇ ਹੋਰ ਉਹਨਾਂ ਨੇ ਕਿਹਾ ਕਿ ਜਿਹੜਾ ਇੱਥੋਂ ਦਾ MLA ਸਾਡਾ ਬਣੂਗਾ ਉਹ ਗੱਡੀਆਂ ਖੜੀਆਂ ਰੱਖੂਗਾ ਆਪਣੇ ਘਰ ਦੇ ਮੂਹਰੇ, ਕਿਸੇ ਦੀ ਬਰਾਤ ਜਾਣੀ ਤੇ ਗੱਡੀਆਂ ਵੀ ਸਾਡੀਆਂ ਫ੍ਰੀ ਜਾਣਗੀਆਂ। ਯਾਨੀ ਕਿ ਇੰਨਾ ਕੁ ਲੋਕਾਂ ਨੂੰ ਮੂਰਖ ਬਣਾਇਆ ਗਿਆ ਉਸ ਸਮੇਂ। ਤੇ 4.5 ਸਾਲ ਦੀ ਜੇ ਕਾਰਜਕਾਰੀ ਵੇਖੀਏ ਕੈਪਟਨ ਸਰਕਾਰ ਦੀ ਤੇ ਉਹ ਨਾ ਦੇ ਬਰਾਬਰ ਆ। ਹੁਣ ਜਦੋਂ ਇਲੈਕਸ਼ਨ ਸਿਰ ਤੇ ਆਣ ਖੜੀ ਹੋਈ ਆ, ਔਰ ਜਿਹੜੀ ਉਹਨਾਂ ਨੇ ਬਚਾ ਕੇ ਰੱਖਿਆ ਹੋਇਆ ਮੁੱਦਾ ਸੀਗਾ, ਜਿਹੜੀ ਸਿੱਟ ਬਣੀ ਹੋਈ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੀਰਾਂ ਵਾਲੀ, ਉਹ ਉਹਨਾਂ ਦੇ ਉਲਟ ਪੈ ਗਈ ਤੇ ਹੁਣ ਬੜੀ ਤੇਜ਼ੀ ਫੜੀ ਹੋਈ ਆ।
ਅੱਜ ਖਬਰ ਆ ਰਹੀ ਆ, ਇੱਕ ਤੇ ਬਿਜਲੀ ਦਾ ਬਿੱਲ ਘਟਾਇਆ ਜੀ 50 ਪੈਸੇ ਤੋਂ ਲੈ ਕੇ 1 ਰੁਪਈਆ ਪਰ ਯੂਨਿਟ ਬਿਜਲੀ ਸਸਤੀ ਕੀਤੀ ਗਈ ਆ। ਦੂਸਰੀ ਖਬਰ ਵੱਡੀ ਆ ਰਹੀ ਆ ਕਿ ਜਿਹੜੀ ਹੁਣ ਨਵੀਂ ਸਿੱਟ ਬਣਾਈ ਆ ਉਹ ਲਗਾਤਾਰ ਆਪਣੀਆਂ ਮੀਟਿੰਗਾਂ ਕਰ ਰਹੀ ਆ ਤੇ ਗਵਾਹਾਂ ਨੂੰ ਸੱਦ ਰਹੀ ਆ। ਹਾਲਾਂਕਿ ਜਿਹੜੇ ਅਫੈਕਟਡ ਪਰਿਵਾਰ ਨੇ ਉਹਨਾਂ ਦਾ ਭਰੋਸਾ ਪੂਰੀ ਤਰ੍ਹਾਂ ਉੱਠਿਆ ਹੋਇਆ ਆ ਤੇ ਹੁਣ ਕਹਿ ਰਿਹਾ ਕਿ ਜਿਹੜੀ ਜਾਂਚ ਟੀਮ ਹੈ ਉਹਨੇ 42 ਗਵਾਹਾਂ ਦੀ ਫੇਰ ਪੁੱਛਗਿੱਛ ਲਈ ਸੱਦਿਆ ਤੇ 25 ਉਹਨਾਂ ਚੋਂ ਅੱਜ ਪੇਸ਼ ਹੋਏ ਨੇ ਉਹਨਾਂ ਦੇ ਅੱਗੇ ਤੇ ਬੜੀ ਤੇਜ਼ੀ ਨਾਲ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਰਕਾਰ ਦਾ ਜਿਹੜਾ ਡਿੱਗਿਆ ਵਕਾਰ ਆ ਉਹਨੂੰ ਕਿਸ ਤਰ੍ਹਾਂ ਬਹਾਲ ਕਰ ਲਈਏ। ਤੇ ਹੁਣ ਤੱਕ ਜਿਹੜੀ ਇਹ ਪੜਤਾਲ ਚੱਲਦੀਆਂ ਨੇ ਉਹਦੇ ਵਿੱਚ 44 ਪੁਲਿਸ ਵਾਲੇ ਵੀ ਸ਼ਾਮਲ ਸੀਗੇ ਜੀ ਤੇ ਕਿਹਾ ਜਾਂਦਾ ਹੈ ਕਿ ਇਹਦੇ ਤੋਂ ਪਹਿਲਾਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਿਆ, ਉਹਨਾਂ ਪੜਤਾਲ ਕੀਤੀ, ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਜਿਹੜੀ ਬੜੀ ਬਾ ਕਮਾਲ ਦੀ ਉਹਨਾਂ ਰਿਪੋਰਟ ਤਿਆਰ ਕੀਤੀ ਸੀ, ਫਿਰ DIG ਰਣਧੀਰ ਸਿੰਘ ਖਟੜਾ ਹਿਰਾਂ ਨੇ ਇੱਥੇ ਇਨਕੁਆਇਰੀ ਕੀਤੀ ਤੇ IG ਕੁੰਵਰ ਵਿਜੇ ਪ੍ਰਤਾਪ ਕਰ ਚੁੱਕੇ ਨੇ। ਤੇ ਇੱਕ ਕਮਿਸ਼ਨ ਦਾ ਜ਼ਿਕਰ ਜਿਹੜਾ ਅਜੇ ਅਖਬਾਰਾਂ ਨਹੀਂ ਕਰ ਰਹੀਆਂ ਉਹ ਲੋਕ ਕਮਿਸ਼ਨ ਬਣਿਆ ਸੀਗਾ ਜਿਹੜੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਨੇ ਉਹਨਾਂ ਦੀ ਰਹਿਨਮਾਈ ਥੱਲੇ। ਸੋ ਇੰਨੀ ਵਾਰ ਪੜਤਾਲਾਂ ਹੋਈਆਂ, ਥੱਬਿਆਂ ਦੇ ਥੱਬੇ ਪੇਪਰ ਭਰੇ ਗਏ ਤੇ ਮਾਮਲਾ ਉੱਥੇ ਦਾ ਉੱਥੇ ਹੀ ਖੜਾ ਹੈ। ਤੇ ਹੁਣ ਜਿਹੜੀ ਤੇਜ਼ੀ ਦਿਖਾ ਰਹੀ ਹੈ ਕੈਪਟਨ ਸਰਕਾਰ ਉਹ ਸ਼ਾਇਦ ਇਲੈਕਸ਼ਨ ਨੂੰ ਸਾਹਮਣੇ ਰੱਖ ਕੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ। ਬਿਲਕੁਲ ਜੀ, ਇਲੈਕਸ਼ਨ ਨੂੰ ਸਾਹਮਣੇ ਰੱਖ ਕੇ ਕਾਰਵਾਈ ਹੋ ਰਹੀ ਆ। ਜਿੱਥੋਂ ਤੱਕ ਪੜਤਾਲ ਦਾ ਸੰਬੰਧ ਆ ਨਾ, ਮੇਰੀ ਨਿੱਜੀ ਰਾਏ ਇਹ ਆ ਵੀ ਕੁੰਵਰ ਵਿਜੇ ਪ੍ਰਤਾਪ ਨੇ ਜਿੰਨੀ ਮਿਹਨਤ ਕੀਤੀ, ਜਿਸ ਦਿਆਨਤਦਾਰੀ ਨਾਲ ਉਹਨੇ ਉਹ ਆਪਣੀ ਸਿੱਟ ਦੀ ਰਿਪੋਰਟ ਜਿਹੜੀ ਆ ਉਹ ਲਿਆਂਦੀ ਸੀਗੀ ਤੇ ਉਹਦੇ ਵਿੱਚ ਕਿਉਂਕਿ ਇਹ ਜੱਗ ਜਾਣਦਾ ਹੁਣ ਭਈ ਜਿਹੜੇ ਪੰਜਾਬ ਦੇ ਵੱਡੇ ਵੱਡੇ ਲੀਡਰ ਆ ਉਹਨਾਂ ਦੇ ਨਾਂ ਬੋਲਦੇ ਸੀਗੇ ਔਰ ਉਹਨਾਂ ਨੇ ਰਲ ਕੇ ਭਾਵੇਂ ਉਹ ਵੱਖਰੀਆਂ ਪਾਰਟੀਆਂ 'ਚ ਨੇ, ਉਹਨਾਂ ਨੇ ਇੱਕ ਵੱਖਰੀ ਖੇਡ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਔਰ ਕੁੰਵਰ ਵਿਜੇ ਪ੍ਰਤਾਪ ਨੂੰ ਇੱਕ ਕਿਸਮ ਦਾ ਉਹਦੀ ਇਮਾਨਦਾਰੀ ਦਾ, ਉਹਦੀ ਮਿਹਨਤ ਦਾ ਰਿਵਾਰਡ ਇਹ ਦਿੱਤਾ ਗਿਆ ਕਿ ਉਹਦੀ ਜਿਹੜੀ ਪ੍ਰਾਪਤੀ ਗਿਣੀ ਜਾਣੀ ਸੀਗੀ ਉਹਨੂੰ ਉਹਨਾਂ ਨੇ ਖੇਹ ਕਰ ਦਿੱਤਾ। ਔਰ ਹੁਣ ਜਿਵੇਂ ਇਹ ਤੇਜ਼ੀ ਲਿਆਂਦੀ ਜਾ ਰਹੀ ਆ, ਇਸ ਤੇਜ਼ੀ ਦੇ ਵਿੱਚ ਕੋਈ ਨਾ ਕੋਈ ਜਿਹੜਾ ਖਦਸ਼ਾ ਆ ਲੋਕਾਂ ਦਾ ਇਹ ਆ, ਜਿੱਦਾਂ ਤੁਸੀਂ ਕਿਹਾ ਬਈ ਜਿਹੜੇ ਅਫੈਕਟਡ ਪਰਿਵਾਰ ਆ ਉਹ ਪੇਸ਼ ਨਹੀਂ ਹੋ ਰਹੇ। ਉਹ ਪੇਸ਼ ਇਸ ਕਰਕੇ ਨਹੀਂ ਹੋ ਰਹੇ ਕਿ ਉਹ ਸੋਚਦੇ ਆ ਵੀ ਦੇਖੋ ਆਪਣੇ ਕਿੰਨੇ ਸਾਲ ਹੋ ਗਏ ਆ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਸਾਨੂੰ ਗਾਂ ਵੀ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ। ਉਹਨਾਂ ਨੂੰ ਇਹ ਉਮੀਦ ਜ਼ਰੂਰ ਸੀਗੀ ਕਿ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੀ ਰਿਪੋਰਟ ਦਿੱਤੀ ਆ ਉਹਦੇ ਵਿੱਚ ਜਿਹੜੇ ਦੋਸ਼ੀ ਆ, ਅਸਲ ਦੋਸ਼ੀ ਆ, ਭਾਵੇਂ ਉਹ ਛੋਟੇ ਆ ਵੱਡੇ ਆ ਕਿਸ ਪੱਧਰ ਦੇ ਵੀ ਆ, ਵੀ ਉਹ ਜਿਹੜੇ ਆ ਉਹਨਾਂ ਨੂੰ ਸਜ਼ਾ ਮਿਲੇਗੀ ਤੇ ਉਸ ਘਟਨਾ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਦਾ ਇਨਸਾਫ ਹੋਏਗਾ। ਤੇ ਹੁਣ ਵੀ ਲੋਕਾਂ ਨੂੰ ਇਹ ਖਦਸ਼ਾ ਆ ਵੀ ਇਹ ਜਿਹੜੀ ਤੇਜ਼ੀ ਵਰਤੀ ਜਾ ਰਹੀ ਆ ਉਹ ਇਸ ਕਰਕੇ ਨਹੀਂ ਬਈ ਲੋਕਾਂ ਨੂੰ ਵਿਸ਼ਵਾਸ ਮਿਲਣਾ ਹੈਗਾ, ਲੋਕਾਂ ਨੂੰ ਇਨਸਾਫ ਮਿਲਣਾ ਆ ਜਾਂ ਜਿਹੜੇ ਦੋਸ਼ੀ ਆ ਉਹ ਫੜੇ ਜਾਣੇ ਆ। ਇਹ ਜਿਹੜੀ ਵਰਤਮਾਨ ਸਰਕਾਰ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ 'ਚ ਚੱਲ ਰਹੀ, ਉਹਨਾਂ ਦੀ ਇਹ ਕੋਸ਼ਿਸ਼ ਜਾਪਦੀ ਆ ਵੀ ਅਸੀਂ ਇਹਦੇ 'ਚੋਂ ਬਰੀ ਹੋ ਜਾਈਏ ਤਾਂ ਕਿ ਜਦੋਂ ਅਸੀਂ 2022 ਦੇ ਵਿੱਚ ਚੋਣਾਂ ਲਈ ਜਾਣਾ ਤਾਂ ਅਸੀਂ ਦੱਸ ਸਕੀਏ ਵੀ ਅਸੀਂ ਤਾਂ ਦੇਖੋ ਜੀ ਉਹਦਾ ਪੂਰਾ ਨਤਾਰਾ ਕਰ ਦਿੱਤਾ ਹੈਗਾ, ਅਸੀਂ ਤਾਂ ਬਿਲਕੁਲ ਨਿਰਦੋਸ਼ ਹਾਂ। ਇਸ ਕਰਕੇ ਇਹ ਜਿਹੜਾ ਕਾਂਡ ਹੋਇਆ ਸੀਗਾ ਬਰਗਾੜੀ ਦਾ, ਬਹਿਬਲ ਕਲਾਂ ਦਾ, ਕੋਟਕਪੂਰੇ ਦਾ, ਉਹਦੇ ਵਿੱਚ ਵੀ ਬਰੀ ਹੋਣ ਲਈ ਮੈਨੂੰ ਲੱਗਦਾ ਵੀ ਇਹ ਯਤਨ ਕੀਤੇ ਜਾ ਰਹੇ ਆ। ਜੀ ਕਾਲੋਂ ਸਾਹਿਬ, ਇੱਕ ਦੀ ਖਬਰ ਆਪਾਂ ਹੋਰ ਕਰ ਲਈਏ, ਸਮਾਂ ਹੋਣ ਵਾਲਾ ਆਪਣਾ। ਇੱਕ ਖਬਰ ਜਿਹੜੀ ਆ ਉਹ ਪਿਛਲੇ ਦਿਨਾਂ ਤੋਂ ਕਾਂਗਰਸ ਵਿੱਚ ਜਿਹੜਾ ਕਾਂਟੋ ਕਲੇਸ਼ ਪਿਆ ਹੋਇਆ ਉਹਨੂੰ ਲੈ ਕੇ ਜਿਹੜੀ ਸੋ ਕਾਲਡ ਹਾਈ ਕਮਾਂਡ ਹੈ, ਡਾਕਟਰ ਸ਼ਾਰਦਾ ਵਾਲਾ ਸ਼ਬਦ ਮੇਰੇ ਸਾਹਮਣੇ ਆਇਆ ਤਾਂ ਸੋ ਕਾਲਡ ਵਾਕਿਆ ਹੀ ਹਾਈ ਕਮਾਂਡ ਨਾਂ ਦੀ ਤੇ ਕੋਈ ਚੀਜ਼ ਕਾਂਗਰਸ ਦੀ ਹੈ ਨਹੀਂ। ਹੁਣ ਕਿਹਾ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਰਾਂ ਨੇ ਇੱਕ 3 ਮੈਂਬਰੀ ਕਮੇਟੀ ਬਣਾਈ ਆ ਤੇ ਉਹਦੇ ਆਗੂ ਬਣਾਇਆ ਜੀ ਮਲਕ ਰਾਜਨ ਖੜਗੇ ਜਿਹੜੇ ਇਹਨਾਂ ਦੇ ਵੱਡੇ ਲੀਡਰ ਸੀਗੇ ਸਾਊਥ ਇੰਡੀਆ ਵਾਲੇ ਪਾਸਿਓਂ, ਤੇ ਉਹਨਾਂ ਦੇ ਪੈਨਲ ਦੇ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਨੇ ਤੇ ਨਾਲ ਉਹ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਨੇ ਹਰੀਸ਼ ਰਾਵਤ ਰੀ ਤੇ JP ਅਗਰਵਾਲ। ਉਹਨਾਂ ਨੇ ਪਹਿਲੀ ਮੀਟਿੰਗ ਸ਼ਨੀਵਾਰ ਜਾਨੀ ਉੱਥੇ ਚੜ ਗਿਆ ਆ, ਅੱਜ ਦਿੱਲੀ ਵਿੱਚ ਮੀਟਿੰਗ ਹੋ ਰਹੀ ਆ ਕਿ ਇਹ ਜਿਹੜੀ ਇਹਨਾਂ ਦੀ ਜੰਗ ਚੱਲੀ ਹੋਈ ਆ ਕਾਂਗਰਸੀਆਂ ਦੀ ਉਹਨੂੰ ਅਸੀਂ ਕਿੱਦਾਂ ਰੋਕੀਏ। ਦੂਜੇ ਪਾਸੇ ਜਿਹੜੇ ਸਿਆਸਤਦਾਨ
ਸ਼ਮਸ਼ੇਰ ਸਿੰਘ ਦੂਲੋ ਵਰਗੇ ਨੇ ਜਿਹੜੇ ਦਲਿਤਾਂ ਦੇ ਨਾਂ ਤੇ ਰਾਜਨੀਤੀ ਕਰਦੇ ਨੇ। ਆਪਾਂ ਬਹੁਤ ਵਾਰ ਕਹਿ ਚੁੱਕੇ ਹਾਂ ਵੀ ਇਹ ਲੋਕ ਖੁਦ ਦਲਿਤ ਕਹਾਉਣ ਦੇ ਹੱਕਦਾਰ ਨਹੀਂ ਆ। ਸਣੇ ਮਾਇਆਵਤੀ ਜਿਸ ਤਰ੍ਹਾਂ ਦਾ ਇਹਨਾਂ ਦਾ ਕੰਮਕਾਰ ਆ, ਪਰ ਉਹਨਾਂ ਦਾ ਬਿਆਨ ਫਿਰ ਅੱਜ ਆ ਗਿਆ ਕਿ ਦਲਿਤ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇ ਕਾਂਗਰਸ। ਸੋ ਇਹ ਜਿਹੜਾ ਕਾਂਟੋ ਕਲੇਸ਼ ਆ, ਇਹਦਾ ਪਤਾ ਨਹੀਂ ਹੁਣ ਕੀ ਬਣਦਾ ਆ, ਜਾਂ ਕਾਂਗਰਸ ਦੀ ਜਿੱਥੇ ਇੱਕ ਅੱਧੀ ਸਟੇਟ ਬਚੀ ਆ ਉਹਨੂੰ ਵੀ ਗਵਾਉਣ ਵਾਲੇ ਪਾਸੇ ਤੁਰੇ ਹੋਏ ਨੇ, ਜਾਂ ਇਹਦਾ ਕੋਈ ਹੱਲ ਕੱਢ ਪਾਉਂਦੇ ਨੇ ਕਾਂਗਰਸ ਦੀ ਹਾਈ ਕਮਾਂਡ ਵਾਲੇ। ਇਹਦੇ ਤੇ ਥੋੜੀ ਜਿਹੀ ਗੱਲ ਕਰ ਲਈਏ। ਜਿਹੜੇ ਹਾਈ ਕਮਾਂਡ ਨੇ 3 ਮੈਂਬਰੀ ਕਮੇਟੀ ਭੇਜੀ ਆ ਨਾ ਜੀ, ਉਹਦੇ 'ਚ ਤੁਸੀਂ ਤਾਂ ਉਹ ਸੋ ਕਾਲਡ ਉਹਨੂੰ ਕਹਿੰਦੇ ਜੇ ਨਾ, ਸੋ ਕਾਲਡ ਇਸ ਕਰਕੇ ਆ ਵੀ ਨਾ ਤੇ ਉੱਥੇ ਕੁਝ ਹਾਈ ਆ ਤੇ ਨਾ ਹੀ ਕੋਈ ਕਮਾਂਡ ਆ। ਹੁਣ ਉਹਦੇ ਮਾਂ ਪੁੱਤ ਨੇ ਦੋਨੇ, ਉਹਦੇ 'ਚ ਦੇਖੋ ਇਹ ਜਿਹੜੀ ਸੋਨੀਆ ਗਾਂਧੀ ਆ, ਇਹ ਰਾਜੀਵ ਗਾਂਧੀ ਦੇ ਮਰਡਰ ਤੋਂ ਬਾਅਦ, ਉਹਨਾਂ ਦੇ ਦੇਹਾਂਤ ਤੋਂ ਬਾਅਦ ਇਹ ਬਿਲਕੁਲ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੁੰਦੀ ਸੀਗੀ। ਔਰ ਇਹਨੇ ਇਹ ਵੀ ਕਿਹਾ ਸੀਗਾ ਕਿ ਨਾ ਮੈਂ ਆਪ ਸਿਆਸਤ 'ਚ ਆਉਣਾ ਤੇ ਨਾ ਹੀ ਆਪਣੇ ਬੱਚਿਆਂ ਨੂੰ ਲਿਆਉਣਾ ਹੈਗਾ। ਉਹਦੇ 2 ਕਾਰਨ ਸੀਗੇ। ਇੱਕ ਤਾਂ ਇਹ ਆ ਬਈ ਉਹਨਾਂ ਦੇ ਦੇਖੋ ਇੰਦਰਾ ਗਾਂਧੀ ਜਿਹੜੀ ਆ ਉਹਦੀ ਜਾਨ ਗਈ, ਸੰਜੇ ਗਾਂਧੀ ਦੀ ਵੀ ਗਈ, ਰਾਜੀਵ ਗਾਂਧੀ ਦੀ ਵੀ ਗਈ, ਤੇ ਉਹਨਾਂ ਨੂੰ ਇਹ ਸੀਗਾ ਕਿ ਹੁਣ ਅੱਗੋਂ ਫਿਰ ਮੇਰੀ ਜਾਂ ਮੇਰੇ ਬੱਚਿਆਂ ਦੀ ਵਾਰੀ ਨਾ ਆ ਜਾਵੇ। ਇਸ ਕਿਸਮ ਦਾ ਡਰ ਜਿਹੜਾ ਹੈਗਾ ਉਹਦੇ ਮਨ 'ਚ ਸੀਗਾ। ਤੇ ਦੂਜਾ ਉਹਦੇ ਮਨ 'ਚ ਇਹ ਸੀਗਾ ਕਿ ਭਾਵੇਂ ਕਿ ਇਹ ਗੱਲ ਗਲਤ ਆ ਕਿ ਬਈ ਉਹ ਹੁਣ ਜਦੋਂ ਭਾਰਤ ਦੀ ਨਾਗਰਿਕ ਬਣ ਗਈ ਆ ਤਾਂ ਉਹਨੂੰ ਦੇਸ਼ ਦੀ ਪ੍ਰਧਾਨ ਮੰਤਰੀ ਨਹੀਂ ਬਣਨ ਦੇਣਾ। ਇਹ ਵੀ ਉਹਦੇ ਮਨ 'ਚ ਸੀਗਾ ਕਿ ਮੈਂ ਵਿਦੇਸ਼ੀ ਮੂਲ ਦੀ ਹੋਣ ਕਰਕੇ ਸਰਬ ਪ੍ਰਵਾਨਿਤ ਨਹੀਂ ਹਾਂ, ਤੇ ਇਹਨੂੰ ਜ਼ਬਰਦਸਤੀ ਲਿਆਂਦਾ ਗਿਆ ਸੀਗਾ। ਜਦੋਂ ਕਿਸੇ ਨੂੰ ਜ਼ਬਰਦਸਤੀ ਲਿਆਂਦਾ ਜਾਵੇ, ਉਹਦੀ ਕੋਈ ਜਿਹੜੀ ਸਿਆਸਤ ਦੀ ਬੈਕਗਰਾਉਂਡ ਨਾ ਹੋਵੇ, ਗਾਂ ਜਿਹੜਾ ਰਾਹੁਲ ਗਾਂਧੀ ਆ ਉਹਨੂੰ ਵੀ ਇਸੇ ਤਰ੍ਹਾਂ ਲਿਆਂਦਾ ਗਿਆ, ਉਹਦੀ ਵੀ ਕੋਈ ਸਿਆਸੀ ਬੈਕਗਰਾਉਂਡ ਨਹੀਂ। ਇੰਦਰਾ ਗਾਂਧੀ ਦੀ ਕਾਮਯਾਬੀ ਦਾ ਕਾਰਨ ਇਹ ਸੀਗਾ ਕਿ ਉਹ ਪੰਡਿਤ ਨਹਿਰੂ ਦੇ ਨਾਲ ਨਾਲ ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਵਿੱਚ ਵੀ ਸੀਗੀ, ਔਰ ਜਿੱਥੇ ਜਿੱਥੇ ਨਹਿਰੂ ਜੀ ਪੰਡਿਤ ਆਪਣੇ ਪ੍ਰਧਾਨ ਮੰਤਰੀ ਦੀ ਹਸੀਅਤ 'ਚ ਜਾਂਦੇ ਸੀਗੇ, ਨਾਲ ਖੜਦੇ ਸੀਗੇ। ਤੇ ਉਹ ਉਹਨਾਂ ਦੇ ਰਾਜਕਾਲ ਦੇ ਵਿੱਚ ਮੰਤਰੀ ਵੀ ਰਹੀ ਆ, ਸੂਚਨਾ ਤੇ ਪ੍ਰਸਾਰਣ ਮੰਤਰੀ ਰਹੀ ਸੀਗੀ ਉਹ। ਤੇ ਇਹ ਜਿਹੜਾ ਹਾਈ ਕਮਾਂਡ ਦੀ ਤੁਸੀਂ ਗੱਲ ਕੀਤੀ ਆ, ਮੈਂ ਸੋਨੀਆ ਗਾਂਧੀ ਦੀ ਗੱਲ ਕਰ ਰਿਹਾ ਵੀ ਇੱਕ ਪੰਜਾਬੀ ਦੇ ਵਿੱਚ ਮੁਹਾਵਰਾ ਬੜਾ ਕਰੂੜ ਆ ਕਿ ਰੋਂਦਾ ਘੋੜੀ ਚਾੜੀਏ, ਤੇ ਉਹ ਅੱਗੋਂ ਮੇਰਾ ਖਿਆਲ ਮੈਂ ਨਹੀਂ ਬੋਲਣਾ ਚਾਹੁੰਦਾ, ਉਹ ਲੋਕਾਂ ਨੂੰ ਪਤਾ ਹੀ ਆ ਕਿ ਉਹਨੇ ਪਲਾਣਾ ਹੀ ਖਰਾਬ ਕਰਨਾ ਹੁੰਦਾ ਆ। ਇਹ ਕਿਉਂਕਿ ਇਹਦਾ ਸਿਆਸਤ 'ਚ ਕੋਈ ਇੰਟਰਸਟ ਨਹੀਂ ਸੀਗਾ। ਤੇ ਉਹਦੀ ਹਾਈ ਕਮਾਂਡ ਦੇ ਥੱਲੇ ਜਿਹੜੇ ਆ 3 ਬੰਦੇ ਆਏ ਆ, ਖੜਗੇ ਜਿਹੜੇ ਆ, ਇਹ ਪਿਛਲੀ ਵਾਰੀ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਸੀਗੇ, ਮੇਰਾ ਖਿਆਲ ਉਹੀ ਖੜਗੇ ਆਏ। ਹਾਂਜੀ, ਉਹੀ ਨੇ ਮੇਰੇ ਖਿਆਲ, ਤਾਮਿਲਨਾਡੂ ਦੇ ਨੇ ਜੀ ਮੇਰੇ ਖਿਆਲ। ਹਾਂਜੀ, ਤੇ ਇਹ ਨੇ ਜਾਂ ਰਾਵਤ ਸਾਹਿਬ ਨੇ, ਇਹਨਾਂ ਦੀ ਕੋਈ ਐਡੀ ਵੱਡੀ ਜ਼ਿਆਦਾ ਹਸੀਅਤ ਨਹੀਂ ਹੈ ਕਿ ਉਹ ਪੰਜਾਬ ਦੇ ਵਿੱਚ ਆ ਕੇ ਜਿਹੜਾ ਕਾਟੋ ਕਲੇਸ਼ ਆ ਉਹਨੂੰ ਕਿਸੇ ਸਿਰੇ ਲਾ ਸਕਣ। ਤੇ ਜਿਹੜੀ ਤੁਸੀਂ ਦੂਲੋ ਸਾਹਿਬ ਦੀ ਗੱਲ ਕਰਦੇ ਹੋ, ਉਹ ਬਿਲਕੁਲ ਵਿਖਾਵੇ ਵਾਲੀ ਗੱਲ ਹੈਗੀ ਆ। ਦੂਲੋ ਸਾਹਿਬ ਦਾ ਤੁਹਾਨੂੰ ਸ਼ਾਇਦ ਪਤਾ ਹੋਣਾ ਕਿ ਕਾਂਗਰਸ ਪਾਰਟੀ ਨੇ ਹੰਸਰਾਜ ਹੰਸ ਨੂੰ ਰਾਜ ਸਭਾ ਦੇ ਵਿੱਚ ਭੇਜਣ ਦਾ ਮਨ ਬਣਾਇਆ ਸੀਗਾ। ਤੇ ਦੂਲੋ ਸਾਹਿਬ ਜਿਹੜੇ ਆ ਉਹਨਾਂ ਨੇ ਢਾਕਲ ਪਾ ਕਰਕੇ, ਰੋਣਾ ਧੋਣਾ ਕਰਕੇ ਤੇ ਹੰਸ ਨੂੰ ਨਹੀਂ ਜਾਣ ਦਿੱਤਾ ਸੀਗਾ, ਤੇ ਇਹ ਆਪ ਰਾਜ ਸਭਾ 'ਚ ਗਏ ਸੀਗੇ। ਉਹ ਫਿਰ ਹੰਸ ਉੱਥੋਂ ਨਾਰਾਜ਼ ਹੋ ਕੇ ਕਾਂਗਰਸ ਤੋਂ ਪਿੱਛੇ ਹਟ ਗਿਆ ਸੀਗਾ। ਸੋ ਇਹ ਜਿਹੜੀਆਂ ਜੀ ਕਾਟੋ ਕਲੇਸ਼ ਵਾਲੀ ਗੱਲ ਹੈਗੀ ਆ, ਉਹਦੇ ਨਿਬੜਨ ਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਕਿਸਾਨ ਲਹਿਰ ਜਿਹੜੀ ਆ ਉਹ ਇਸ ਵੇਲੇ ਧੁਰ ਲੋਕਾਂ ਤੱਕ, ਅਖੀਰ ਦੀ ਇਕਾਈ ਜਿਹੜੀ ਪਿੰਡਾਂ ਦਾ ਪਰਿਵਾਰ ਆ ਉਹਨਾਂ ਤੱਕ ਪਹੁੰਚੀ ਆ। ਔਰ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਾਲੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਉਹਨੇ ਜਿਹੜਾ ਨੈਸ਼ਨਲ ਹਾਈਵੇ ਬਣ ਰਿਹਾ, ਜਾਂ ਜਿਹੜੇ ਆ ਕਰੋਨਾ ਦੇ ਕਾਲ ਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਬਹੁਤਾ ਉਹਨਾਂ ਦੇ ਕਹਿਣ ਮੁਤਾਬਕ, ਉਗਰਾਹਾਂ ਦੇ ਕਹਿਣ ਮੁਤਾਬਕ ਕਾਰਵਾਈ ਚੰਗੀ ਨਹੀਂ ਦਿਖਾਈ, ਉਹਦੇ ਵਿਰੋਧ 'ਚ ਉਹਨਾਂ ਨੇ ਪਟਿਆਲੇ 3 ਦਿਨਾਂ ਦਾ ਧਰਨਾ ਲਾਇਆ ਹੈਗਾ। ਔਰ ਗਿੱਲ ਸਾਹਿਬ, ਉਹ ਧਰਨਾ ਬਹੁਤ ਕਾਮਯਾਬ ਆ। ਉਹਦੇ 'ਚ ਔਰਤਾਂ ਜਿਹੜੀਆਂ ਆ, ਆਦਮੀ ਜਿਹੜੇ ਆ, ਉਹ ਬਿਲਕੁਲ ਮਾਸਕ ਲਾ ਕੇ ਬੈਠੇ ਆ, ਔਰ ਉਹਨਾਂ ਨੇ ਜਿਹੜਾ ਬਾਡੀ ਡਿਸਟੈਂਸ ਆ, ਇੱਕ ਦੂਜੇ ਤੋਂ ਸਰੀਰਕ ਦੂਰੀ ਜਿਹੜੀ ਆ, ਉਹ ਵੀ ਹਦਾਇਤਾਂ ਦੇ ਮੁਤਾਬਕ ਬਣਾਈ ਆ। ਤੇ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਇਸ ਵੇਲੇ ਕਾਂਗਰਸ ਨੂੰ ਪਿੱਛੂ ਪਏ ਆ, ਭਾਵੇਂ ਉਹਨੇ
ਹਮਾਇਤ ਕਰਨ ਦੇ ਨਾਂ ਦੇ ਉੱਤੇ ਕੁਝ ਗੱਲਾਂ ਕੀਤੀਆਂ ਵੀ ਕਿ ਮੈਂ ਕਿਸਾਨਾਂ ਦੀ ਹਮਾਇਤ ਕੀਤੀ ਆ, ਪਰੰਤੂ ਲੋਕਾਂ ਦੇ ਵਿੱਚ ਉਹਨਾਂ ਦੀ ਕੋਈ ਸਾਖ ਨਹੀਂ ਹੈ, ਕਿਉਂਕਿ ਉਹਨਾਂ ਨੇ ਆਪਣਾ ਕੀਤਾ ਹੋਇਆ ਕੋਈ ਵੀ ਵਾਅਦਾ ਜਿਹਦੀ ਲਿਸਟ ਪ੍ਰਸ਼ਾਂਤ ਕਿਸ਼ੋਰ ਨੇ ਬਣਾਈ ਸੀਗੀ ਉਹ ਪੂਰਾ ਨਹੀਂ ਕਰ ਸਕੇ। ਸੋ ਗਿੱਲ ਸਾਹਿਬ, ਜਾਣ ਤੋਂ ਪਹਿਲਾਂ ਮੈਂ ਇੱਕ ਸੂਚਨਾ ਦੇਣੀ ਚਾਹੁੰਦਾ ਤੁਹਾਨੂੰ ਹਾਂਜੀ ਬਈ 2019 ਦੇ ਵਿੱਚ ਇੱਥੇ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਸੀਗੀ, ਜਿਹੜੀ ਰਜਿਸਟਰਡ ਹੈ ਟੋਰਾਂਟੋ ਦੇ ਵਿੱਚ, ਤੇ ਉਹਦੇ ਚੇਅਰਮੈਨ ਗਿਆਨ ਸਿੰਘ ਕੰਗ ਨੇ, ਪ੍ਰਧਾਨ ਉਹਦੇ ਕਮਲਜੀਤ ਸਿੰਘ ਲਾਲੀ ਨੇ, ਜਨਰਲ ਸਕੱਤਰ ਦੀ ਜ਼ਿੰਮੇਵਾਰੀ ਜਗੀਰ ਸਿੰਘ ਕਾਲੋਂ ਕੋਲ ਆ, ਤੇ ਉਹਦੇ ਵਾਈਸ ਪ੍ਰਧਾਨ ਸੁਰਜੀਤ ਕੌਰ, ਸੈਕਟਰੀ ਆਪਣੇ ਮੱਖਣ ਸਿੰਘ ਮਾਨ, ਤੇ ਸੈਕਟਰੀ ਗੁਰਮੀਤ ਪਨਾਗ, ਨਾਲ ਜਿਹੜੇ ਉਹਦੇ ਮੀਡੀਆ ਸਕੱਤਰ ਨੇ ਉਹ ਮਾਸ਼ੀ ਕੇ ਚਮਕੌਰ ਸਿੰਘ, ਤੇ ਹੋਰ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਵਿੱਚ ਸ਼ਾਮਲ ਨੇ। ਉਹਨਾਂ ਨੇ ਇਹ ਫੈਸਲਾ ਕੀਤਾ ਵੀ ਇਸ ਸਾਲ ਉਹ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਆ ਉਹ 7 ਤੇ 8 ਅਗਸਤ ਨੂੰ ਟੋਰਾਂਟੋ ਦੇ ਵਿੱਚ ਕੀਤੀ ਜਾਏਗੀ। ਇਹ ਜਾਣਕਾਰੀ ਮੈਂ ਤੁਹਾਨੂੰ ਦੇਣੀ ਚਾਹੁੰਦਾ ਸੀਗਾ। ਪ੍ਰੋਫੈਸਰ ਸਾਹਿਬ, ਜੇ ਹਾਲਾਤ ਨਾਰਮਲ ਹੁੰਦੇ ਆ ਤਾਂ ਹੀ ਇਹ ਸੰਭਵ ਹੋ ਸਕੇਗਾ ਕਿ ਇਹਨੂੰ ਕੋਈ ਹੋਰ ਤਰੀਕੇ ਨਾਲ ਵੀ ਕਰਵਾਇਆ ਜਾ ਸਕਦਾ? ਜੇ ਤਾਂ ਹਾਲਾਤ ਨਾਰਮਲ ਹੋ ਜਾਂਦੇ ਆ ਫਿਰ ਤਾਂ ਜਿੱਦਾਂ 2 ਸਾਲ ਪਹਿਲਾਂ ਹੋਈ ਸੀਗੀ 2019 ਚ ਉਸੇ ਤਰ੍ਹਾਂ ਹੀ ਹੋਏਗੀ। ਜੇ ਨਾਰਮਲ ਨਹੀਂ ਹੁੰਦੇ ਤਾਂ ਇਹ ਫਿਰ ਵਰਚੁਅਲ ਕਾਨਫਰੰਸ ਜਿਹੜੀ ਆ ਉਹ ਹੋਏਗੀ, ਜਿਹਦੇ ਵਿੱਚ ਵੱਖਰੇ ਵੱਖਰੇ ਵਿਦਵਾਨ ਜਿਹੜੇ ਆ ਉਹ ਹਿੱਸਾ ਲੈਣਗੇ, ਔਰ ਜਿਹੜਾ ਪੰਜਾਬੀ ਦੁਨੀਆ ਸਾਡਾ ਟੀਵੀ ਆ ਇਹ ਵੀ ਉਹਨਾਂ ਦੀ ਜਿਹੜੀ ਆ ਇੱਕ ਸਮਝ ਲਓ ਵੀ ਸਹਾਇਕ ਸੰਸਥਾ ਹੋਏਗੀ। ਬਿਲਕੁਲ ਜੀ, ਪੰਜਾਬੀ ਦੁਨੀਆ ਪ੍ਰਤੀਬੱਧ ਆ ਪੰਜਾਬੀ ਦੀ ਭਾਸ਼ਾ ਵਾਸਤੇ, ਔਰ ਅਸੀਂ ਆਪਣਾ ਮਾਟੋ ਵੀ ਰੱਖਿਆ ਹੈ, ਆਪਣੀ ਬੋਲੀ ਆਪਣਾ ਮਾਣ। ਔਰ ਕੋਈ ਵੀ ਅਸੀਂ ਜਿਹੜੀ ਹੁੰਦੀ ਆ ਨਾ ਸਿਰਫ ਲੈਂਗੁਏਜ ਪ੍ਰਤੀ, ਕੋਈ ਵੀ ਆਪਣੀ ਕਮਿਊਨਿਟੀ ਪ੍ਰਤੀ, ਸਮਾਜ ਪ੍ਰਤੀ, ਆਪਣੇ ਵਤਨ ਪ੍ਰਤੀ, ਭਾਰਤ ਪ੍ਰਤੀ ਜਾਂ ਕੈਨੇਡਾ ਦੇ ਪ੍ਰਤੀ ਕੋਈ ਚੰਗੀ ਖਬਰ ਹੁੰਦੀ ਆ ਤੇ ਅਸੀਂ ਉਹਦੇ ਨਾਲ ਹਮੇਸ਼ਾ ਜੁੜਦੇ ਹਾਂ ਤੇ ਹਮੇਸ਼ਾ ਉਹਦਾ ਸਹਿਯੋਗ ਕਰਦੇ ਹਾਂ। ਸੋ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੁਸ਼ੀਲ ਰਾਂ ਦੇ ਆਉਣ ਦਾ ਹੋ ਗਿਆ ਸਮਾਂ ਜੀ। ਕਾਫੀ ਸਾਰੀਆਂ ਗੱਲਾਂ ਅੱਜ ਹੋਈਆਂ ਤੁਹਾਡੇ ਨਾਲ, ਔਰ ਇੱਕ ਮੈਂ ਜ਼ਰੂਰੀ ਗੱਲ ਤੁਹਾਡੇ ਨਾਲ ਇਹ ਵੀ ਕਰਨੀ ਚਾਹੁੰਦਾ ਸੀਗਾ ਪਰ ਅੱਜ ਰਹਿ ਗਈ ਆਪਣੀ। ਕੱਲ 11 ਵਜੇ ਅਸੀਂ ਇੱਕ ਪ੍ਰੋਗਰਾਮ ਕਰਾਂਗੇ, ਕੋਸ਼ਿਸ਼ ਕਰ ਰਹੇ ਹਾਂ ਇੱਥੋਂ ਦੇ ਟਾਈਮ ਨਾਲ 11 ਵਜੇ, ਜਿਹਦੇ ਵਿੱਚ ਮਾਸਟਰ ਰਾਜਵੀਰ ਰਾਂ ਨੂੰ ਭਾਰਤ ਤੋਂ ਲੈਣਾ ਆ। ਜਿਹੜੇ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ, ਅਗਰ ਸਾਰੀਆਂ ਜਿੱਤਾਂ ਹੋ ਵੀ ਜਾਂਦੀਆਂ ਨੇ ਤੇ ਪੰਜਾਬ ਦੇ ਕਿਸਾਨ ਲਈ ਅਗਲਾ ਕੀ ਰਾਹ ਹੋਏਗਾ? ਕੀ ਅਸੀਂ ਇਸ ਤਰ੍ਹਾਂ ਹੀ ਝੋਨਾ ਤੇ ਕਣਕ ਬੀਜ ਕੇ ਤੇ ਸਰਕਾਰ ਨਾਲ ਜ਼ਬਰਦਸਤੀ ਕਰ ਸਕਾਂਗੇ ਕਿ ਸਾਡੀ ਹਰ ਹਾਲਤ ਚੁੱਕੋ, ਜਾਂ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਜਾਵਾਂਗੇ, ਜਾਂ ਕੋਈ ਹੋਰ ਨਵੇਂ ਰਾਹ? ਆਪਾਂ ਜਿਵੇਂ ਜਾਣਦੇ ਹਾਂ ਕਿ ਬੜੇ ਮੋਰਚੇ ਤੋਂ ਬਾਅਦ ਨਵੇਂ ਮੋਰਚੇ ਵੀ ਲੱਗਣੇ ਆ, ਬੜੀਆਂ ਮੰਗਾਂ ਹੋਰ ਨੇ। ਸੋ ਉਹਨਾਂ 'ਚ ਇੱਕ ਇਹ ਵੀ ਹੈ, ਕੁਝ ਲੋਕ ਇਹਦੇ ਲਈ ਚਿੰਤਾਤੁਰ ਨੇ ਤੇ ਉਹਦੇ ਲਈ ਕੰਮ ਵੀ ਕਰਨੇ ਨੇ। ਮਾਸਟਰ ਰਾਜਵੀਰ ਜਿਹੜੇ ਆ ਪਿੰਗਲਵਾੜਾ ਦੀ ਸੰਸਥਾ ਨਾਲ ਜੁੜੇ ਹੋਏ ਆ ਤੇ ਉਹਨਾਂ ਦਾ ਖੇਤੀਬਾੜੀ ਦਾ ਸਾਰਾ ਕੰਮ ਵੇਖਦੇ, ਜਿਹੜੀ ਉਹ ਆਰਗੈਨਿਕ ਖੇਤੀ ਕਰਦੇ ਨੇ। ਕਾਫੀ ਸਾਰੀ 40 ਏਕੜ ਦੇ ਕਰੀਬ ਉਹਨਾਂ ਕੋਲ ਮੇਰੇ ਖਿਆਲ ਜਗ੍ਹਾ ਜੰਡਿਆਲਾ ਗੁਰੂ ਦੇ ਕੋਲ ਹੈ, ਕੁਝ ਖਾਲਸਾ ਕਾਲਜ ਦੀ ਜ਼ਮੀਨ ਹੈ, ਕੁਝ ਮਲੋਟ ਨੇੜੇ, ਕਾਫੀ ਜਗ੍ਹਾ ਤੇ ਇੱਕ ਪਿੰਗਲਵਾੜਾ ਨੂੰ ਲੋਕਾਂ ਨੇ ਜ਼ਮੀਨ ਦਿੱਤੀ ਹੋਈ ਆ, ਜਿਹਦੇ ਵਿੱਚ ਉਹ ਖੇਤੀ ਦਾ ਚੰਗਾ ਉਤਪਾਦਨ ਕਰਦੇ ਨੇ। ਔਰ ਉਹ ਕਹਿੰਦੇ ਨੇ ਕਿ ਅਸੀਂ ਫਰਟੀਲਾਈਜ਼ਰ ਤੋਂ ਬਗੈਰ ਮਤਲਬ ਕਿਸੇ ਸਪਰੇਅ ਤੋਂ ਤੇ ਸਾਫ਼ ਸੁਥਰੇ ਢੰਗ ਨਾਲ ਖੇਤੀ ਕਰਕੇ ਤੇ ਪ੍ਰਤੀ ਏਕੜ ਪੈਦਾਵਾਰ ਯੂਨੀਵਰਸਿਟੀਆਂ ਦੀ ਰਿਕਮੈਂਡ ਕੀਤੀ ਹੋਈ ਤੋਂ ਵੱਧ ਵੀ ਲੈਣੇ। ਕੱਲ ਉਹਨਾਂ ਨੂੰ ਪੁੱਛਾਂਗੇ ਤੇ ਉਹਨਾਂ ਨਾਲ ਹੋਰ ਗੱਲਾਂ ਬਾਤਾਂ ਵੀ ਕਰਾਂਗੇ ਖੇਤੀਬਾੜੀ ਸੰਬੰਧੀ। ਇਹ ਰਾਜਵੀਰ ਸਿੰਘ ਕਿਤੇ ਐਗਰੀਕਲਚਰ ਡਿਪਾਰਟਮੈਂਟ ਚ ਤਾਂ ਨਹੀਂ ਹੁੰਦੇ ਸੀਗੇ ਪਹਿਲਾਂ? ਨਹੀਂ ਜੀ, ਨਹੀਂ, ਮੇਰੇ ਬੜੇ ਅੱਛੇ ਮਿੱਤਰ ਨੇ, ਔਰ ਉਹ ਪਿੰਗਲਵਾੜਾ ਦੇ ਟਰਸਟੀ ਵੀ ਨੇ, ਔਰ ਇਹ ਅਧਿਆਪਕ ਸੀ ਜੀ, ਮੇਰੇ ਪਿੰਡ ਤੋਂ ਹੀ ਨੇ, ਜਗਦੇਵ ਕਲਾਂ ਤੋਂ ਹੀ ਨੇ ਮਾਸਟਰ ਰਾਜਵੀਰ ਜੀ। ਹਾਂਜੀ, ਉਹਨਾਂ ਨਾਲ ਗੱਲਬਾਤ ਵੀ ਵਾਲੀ ਗੱਲ ਹੈ ਜੀ, ਬਹੁਤ ਵਧੀਆ ਆ, ਸੁਣਾਂਗੇ ਜੀ ਅਸੀਂ ਕੱਲ ਨੂੰ। ਹਾਂਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਬਹੁਤ ਤੇ ਦਰਸ਼ਕਾਂ ਦਾ ਵੀ ਅਸੀਂ ਕਰਦੇ ਹਾਂ ਜੀ ਧੰਨਵਾਦ ਪ੍ਰੋਗਰਾਮ ਨਾਲ ਜੁੜੇ ਰਹਿਣ ਲਈ। ਤੇ ਅਗਲਾ ਪ੍ਰੋਗਰਾਮ ਅਸੀਂ ਲੈ ਕੇ ਜਲਦ ਹਾਜ਼ਰ ਹੋ ਰਹੇ ਹਾਂ ਸੁਸ਼ੀਲ ਦਸਾਂਝ ਰਾਂ। ਧੰਨਵਾਦ ਜੀ। ਬੰਦ ਹੋ ਗਈ।